कदर करो इस जन्म दी, बेकदरा ना रोना। एक दिन ऐसा आएगा, जाना मालक दे कोल। कल्या की सीलन नू की ले आए कोल। पल पल दे हिसाब नू लेना मालक तोल। दान पुण्य ते सिमरन किना, कीता कहना बोल। दास खजाना सिमरन वजों, तेरा की है मोल। बाणी श्री श्री 108 स्वामी खजानदास गिरी जी महाराज, शब्द गुरगद्दी, पलौटा साहिब, जम्मू। तन मालक स्वरूप गुर कीता उपकार। मानस चोला बख्शिया, कुल मालक करतार। तन मालक स्वरूप गुर कीता उपकार। मानस चोला बख्शिया, कुल मालक करतार। परम सत्कारयोग गुरु रूप गुरु प्यारी साध संगत जीओ, आओ जिस तरह के आप सब जानते हो, अज जो घर दे मुखिया श्री विशन दास जी अज तो 11 महीने पहला मालक के हुक्म अनुसार दुनिया विच आए और मालक के हुक्म नाल ही इस दुनिया तो रुखसत करना पै गया, क्योंकि गुरु महाराज की बाणी कहती है, जिन्ना चिर लिखिया तेहा हुक्म कमाए, कले आवे नानका सदे उठ जाए। आंदा भी उसके हुक्म नाल है, जांदा भी उसके हुक्म नाल है। आओ अज उन्हों का परिवार श्री विशन दास जी का, श्री हरिदास जी, महेंद्रपाल जी, सतपाल जी, अज उन्होंने पहली वर्षी के उपर उन्होंने याद मना रहे हैं। साध संगत जी जितने भी रिश्तेदार भैन भरा उन्होंने प्रति आए हुए ने, तो बेशक असी रिश्तेदार हाँ, ਵੱਖ-ਵੱਖ रूप च, कोई भैन के रूप च आया, कोई भरा के रूप च आया, कोई धियां के रूप च आया, कोई पुत्र के रूप च आया। लेकिन ये जो सत्संग का प्रबंध उपराला, जो घर वालियां की अच्छी सोच है, अच्छा विचार है, रखिया है, जिहदे विच सारे रिश्तेदारां नूं एक रूप साध संगत का मिलिया है। ਤੇ ਜਦੋਂ ਸਾਧ ਸੰਗਤ ਦਾ ਪਿਆਰੇ ਗੁਰਮਖੋ ਰੂਪ ਮਿਲਦਾ ਹੈ, ਸ਼ਬਦ ਮਿਲਦਾ ਹੈ, ਤਾਂ ਸੰਗਤ ਦਾ ਇੱਕੋ ਹੀ ਮੰਤਵ ਹੁੰਦਾ ਕਿ ਸੰਗਤ ਆਪਣਾ ਆਸ਼ੀਰਵਾਦ ਲੈ ਕੇ ਉਸ ਘਰ ਵਿੱਚ ਆਉਂਦੀ ਹੈ। ਔਰ ਜਿਸ ਮਤਲਬ ਇਹ ਪ੍ਰੋਗਰਾਮ ਹੁੰਦਾ ਹੈ, ਇਹ ਸੰਗਤ ਫਿਰ ਉਸ ਦੇ ਪ੍ਰਤੀ ਆਪਣਾ ਆਸ਼ੀਰਵਾਦ ਜਿਹੜਾ ਹੈ ਘਰ ਨੂੰ, ਪਰਿਵਾਰ ਨੂੰ ਉਸ ਦੇ ਮੁਤਲਕ ਆਪਣਾ ਦੇ ਕੇ ਜਾਂਦੀ ਹੈ। ਆਓ ਇਸ ਆਸ਼ੀਰਵਾਦ ਨੂੰ ਘਰ ਵਾਲਿਆਂ ਨੇ ਪਾਣਾ ਹੈ अपनी श्रद्धा के नाल, अपने सतगुर के विश्वास के नाल। और जो सत्संग का प्रोग्राम घड़ी तो घड़ी चलेगा, अपना तवज्जो, अपना ध्यान जिहड़ा है वो मालिक दे वल लगाना है, अपना ध्यान सतगुरां दे चरनां वल लगाना है। क्योंकि ये जो सानू मालिक का स्वरूप, ये 5 भौतिक शरीर सानू मिलिया है,
ਇਹ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਜਪਣ ਵਾਸਤੇ ਮਿਲਿਆ ਹੋਇਆ ਹੈ। ਨਾਮ ਦੀ ਉਸਤਤ ਕਰਨੀ ਹੈ। ਜਦ ਤੱਕ ਅਸੀਂ ਨਾਮ ਦੇ ਨਾਲ ਜੁੜਦੇ ਨਹੀਂ ਆ, ਸਾਨੂੰ ਇਸ ਮਾਨਵ ਸਰੀਰ ਦਾ ਸਹੀ ਮਾਇਨੇ 'ਚ ਸਾਨੂੰ ਗਿਆਨ ਨਹੀਂ ਹੋਏਗਾ ਕਿ ਇਹ ਸਾਨੂੰ ਕਾਹਦੇ ਵਾਸਤੇ ਮਿਲਿਆ ਹੈ, ਕਿਸ ਵਾਸਤੇ ਮਿਲਿਆ ਹੈ। ਅਸੀਂ ਤਾਂ ਆਪਣੇ ਭਾਣੇ ਕਹਿੰਦੇ ਜਿਸ ਤਰ੍ਹਾਂ ਸਾਰੀ ਦੁਨੀਆ ਨੂੰ ਮਿਲਿਆ ਉਸ ਤਰ੍ਹਾਂ ਮੈਨੂੰ ਮਿਲਿਆ ਹੈ, ਲੇਕਿਨ ਇਹਦਾ ਵਿਸ਼ੇਸ਼ ਕਾਰਨ ਹੈ ਜਿਸ ਦਾ ਸਾਨੂੰ ਪਤਾ ਸੰਗਤ ਵਿੱਚ ਜਾ ਕੇ ਲੱਗਦਾ ਹੈ। ਆਓ ਗੁਰੂ ਪਿਆਰਿਓ, ਆਪ ਜੀ ਨੂੰ ਅਨੇਕਾਂ ਪ੍ਰਕਾਰ ਦੀ ਸੰਗਤ ਹਰ ਰੋਜ਼ ਮਿਲਦੀ ਹੋਏਗੀ, ਲੇਕਿਨ ਜਿਹਨੂੰ ਸਤ ਸੰਗਤ ਕਹਿੰਦੇ ਆ, ਇਹ ਸੰਗਤ ਜਿਹੜੀ ਹੈ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੁੰਦੀ ਹੈ। ਅੱਜ ਅਗਰ ਰੂਹ ਨੂੰ ਪ੍ਰਾਪਤ ਹੋਈ ਹੈ ਤੇ ਆਪਣਾ ਧਿਆਨ ਤਵੱਜੋ ਦੇ ਕਰਕੇ ਇਸ ਸੰਗਤ ਵੱਲ ਲਗਾਈਏ, ਕਿਉਂਕਿ ਸੰਗਤ ਵਿੱਚ ਸਤਿਗੁਰ ਜੀ ਦੀ ਬਾਣੀ ਦੇ ਬਚਨ ਉਚਾਰੇ ਜਾ ਰਹੇ ਨੇ। ਕਰਨੀ ਹੈ, ਇਸ ਦੇ ਨਾਲ ਸਾਡੀ ਆਤਮਾ ਨੂੰ ਬਲ ਮਿਲਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ। ਅੱਜ ਸਤਿਗੁਰ ਧੰਨ ਧੰਨ ਸਵਾਮੀ ਖਜ਼ਾਨਗੀਰ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਧੰਨ ਸਰੂਪ ਗੁਰ ਮਾਲਕ ਕੀ ਤਾਇ ਉਪਕਾਰ। ਇਹ ਜੋ ਸਾਨੂੰ ਮਾਲਕ ਨੇ ਮਾਨਸਾ ਸਰੂਪ ਦਿੱਤਾ ਹੋਇਆ ਹੈ, ਇਹ ਬਹੁਤ ਵੱਡਾ ਪਰਉਪਕਾਰ ਹੈ ਸਾਡੇ ਤੇ ਕੀਤਾ ਹੋਇਆ। ਇਹ ਉਪਕਾਰ ਪਾਉਣ ਵਾਸਤੇ ਪਤਾ ਨਹੀਂ ਕਿੰਨੀਆਂ 84 ਨੂੰ ਅਸੀਂ ਢੀਕਿਆ ਹੈ, ਕਿੰਨੀਆਂ 84 ਵਿੱਚ ਭੋਗ ਕੇ ਅਸੀਂ ਮਾਨਵ ਜਨਮ ਵਿੱਚ ਆਏ ਆ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁਖ ਪਾਈ। ਪਿਆਰੇ ਗੁਰਮਖੋ, ਸੰਗਤ ਵਿੱਚ ਬੈਠਣਾ ਜਿਹੜਾ ਆ ਇਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਬੇੜੇ ਵਿੱਚ ਬੈਠਣਾ। ਆਪਣੀ ਦੁਨੀਆ ਦੇ ਭਵਜਲ ਤੋਂ ਪਾਰ ਜਾਣਾ ਆ ਤੇ ਅਸੀਂ ਬੇੜੇ ਵਿੱਚ ਬੈਠਣਾ ਆ। ਬੇਸ਼ੱਕ ਅਸੀਂ ਬਾਹਰ ਸਪੀਕਰ ਲਾਇਆ ਹੁੰਦਾ ਆ, ਅਸੀਂ ਘਰਾਂ ਵਿੱਚ ਬੈਠੇ ਸੁਣਦੇ ਆ, ਉਹ ਵੀ ਸਤਸੰਗ ਸੁਣਦੇ ਹੁੰਦੇ ਨੇ, ਲੇਕਿਨ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਬੇੜੇ ਵਿੱਚ ਬੈਠੇਗਾ ਪਾਰ ਉਹੀ ਹੋਏਗਾ। ਇਸ ਕਰਕੇ ਆਓ ਆਪਣਾ ਮਨ ਦਾ ਵਿਚਾਰ ਜਿਹੜਾ ਦੁਨਿਆਵੀ ਹੈ ਉਹਨੂੰ ਥੋੜਾ ਚਿਰ ਭੁੱਲ ਕਰਕੇ ਸੰਗਤ ਦੇ ਵਿਚਾਰ ਨਾਲ ਆਪਣਾ ਵਿਚਾਰ ਸਾਂਝਾ ਕਰੀਏ, ਕਿਉਂਕਿ ਸ਼ਬਦ ਦੀ ਚੋਟ ਇਹ ਮਾਨਸ ਚੋਲਾ, ਇਹਦੇ ਵਿੱਚ ਜੋ ਦਿਲ ਦਿਮਾਗ ਸਤਿਗੁਰੂ ਜੀ ਨੇ ਪਾਇਆ ਹੋਇਆ ਹੈ, ਇਹਦੇ ਰਾਹੀਂ ਵਿਚਾਰ ਕਰਨਾ, ਇਹਦੇ ਰਾਹੀਂ ਸੋਚਣਾ ਹੈ ਕਿ ਸਾਡਾ ਭਲਾ ਕਿਸ ਵਾਸਤੇ ਹੋਣਾ ਹੈ, ਕਿਸ ਤਰ੍ਹਾਂ ਹੋਣਾ ਹੈ ਸਾਡਾ ਭਲਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਲਾ ਸਾਡਾ ਤਾਂ ਹੀ ਹੋਏਗਾ ਜਦੋਂ ਅਸੀਂ ਸੰਗਤ ਬਹਿ ਕੇ ਗੁਰਮਤਿ ਨਾਲ ਜੁੜਾਂਗੇ ਤੇ ਗੁਰੂ ਦੀ ਮੱਤ ਅਨੁਸਾਰ ਅਸੀਂ ਚੱਲਾਂਗੇ, ਤਾਂ ਪਿਆਰੇ ਗੁਰਮਖੋ ਅਸੀਂ ਆਪਣਾ ਵੀ ਭਲਾ ਕਰ ਸਕਦੇ ਹਾਂ ਤੇ ਦੂਸਰਿਆਂ ਦਾ ਭਲਾ ਵੀ ਕਰ ਸਕਦੇ ਹਾਂ, ਕਿਉਂਕਿ ਨੇਕ ਮਤ ਨੇਕ ਵਿਚਾਰ ਜਿਹੜਾ ਹਮੇਸ਼ਾ ਦੂਸਰਿਆਂ ਦਾ ਭਲਾ ਕਰਨ ਵਾਸਤੇ ਹੀ ਹੁੰਦਾ ਹੈ। ਇਸ ਕਰਕੇ ਆਓ ਸਤਿਗੁਰੂ ਅੱਜ ਸਮਝਾ ਰਹੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਇਹ ਮੌਕਾ ਜਿਹੜਾ ਤੈਨੂੰ ਅਖਤਿਆਰ ਮਿਲਿਆ ਹੈ ਅੱਜ ਮਾਲਕ ਦਾ ਸਿਮਰਨ ਕਰਨ ਵਾਸਤੇ, ਮਾਲਕ ਦਾ ਨਾਮ ਜਪਣ ਵਾਸਤੇ, ਸਤਿਗੁਰ ਦੀ ਸੰਗਤ ਦੀ ਸੇਵਾ ਕਰਨ ਵਾਸਤੇ ਜੋ ਮਿਲਿਆ ਹੋਇਆ ਹੈ, ਇਹ ਮੌਕਾ ਅਸੀਂ ਆਪਣੇ ਹੱਥੋਂ ਨਾ ਗਵਾਈਏ, ਕਿਉਂਕਿ ਇਹ ਮੌਕਾ ਪਿਆਰੇ ਗੁਰਮਖੋ ਹੱਥੋਂ ਗਵਾਇਆ ਹੋਇਆ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦੇ ਸਾਡੇ ਪਾਪ ਫਿਰ ਸਿਰ ਤੇ ਚੜ ਜਾਂਦੇ ਨੇ। ਇਹ ਕਦਮ ਕਦਮ ਸਤਸੰਗ ਵਿੱਚ ਆਉਣ ਨਾਲ ਬੈਠਣ ਨਾਲ ਮਹਾਰਾਜ ਕਹਿੰਦੇ ਨੇ ਅਨੇਕਾਂ ਹੀ ਕਰਮ ਜਿਹੜੇ ਸਾਡੇ ਝੜ ਜਾਂਦੇ ਨੇ। ਇਸ ਕਰਕੇ ਅਸੀਂ ਪਤਾ ਨਹੀਂ ਕਿੰਨੇ ਕਰਮਾਂ ਦਾ ਭਾਰ ਲੈ ਕੇ ਸਿਰ ਤੇ ਘੁੰਮੀ ਜਾ ਰਹੇ ਹਾਂ, ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਆ। ਅਸੀਂ ਦੁੱਖ ਨਾਲ ਦੁੱਖ ਭੋਗਦੇ ਹਾਂ, ਸੁੱਖ ਨਾਲ ਸੁੱਖ ਭੋਗਦੇ ਹਾਂ, ਪਰ ਜੋ ਅਸਲੀ ਕਾਰਜ ਹੈ ਸਾਡੇ ਕਰਨ ਵਾਲਾ, ਨਾਮ ਜਪਣ ਵਾਲਾ, ਸੇਵਾ ਸਿਮਰਨ ਕਰਨ ਵਾਲਾ, ਉਸ ਤੋਂ ਅਸੀਂ ਮਨੁੱਕਰ ਹੋਏ ਪਏ ਆ, ਉਹਦੇ ਵੱਲ ਸਾਡਾ ਖਿਆਲ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ? ਇਹ ਵੀ ਕਰਮ ਦੀ ਖੇਡ ਹੈ ਪਿਆਰੇ ਗੁਰਮਖੋ। ਇਹ ਜੋ ਸੰਗਤ ਸਾਨੂੰ ਬਣਾਈ ਹੈ, ਇਹ ਨਹੀਂ ਹੋਇਆ ਕਿ ਅਸੀਂ ਜਾ ਕੇ ਕੱਲ ਨੂੰ ਕਹਾਂਗੇ ਪ੍ਰਮਾਤਮਾ ਨੂੰ ਕਿ ਮੈਨੂੰ ਤੇ ਸਤਸੰਗ ਦਾ ਪਤਾ ਹੀ ਨਹੀਂ ਸੀ, ਜਿੱਥੇ ਜਾ ਕਰਕੇ ਮੇਰੇ ਕਰਮਾਂ ਦਾ ਭਾਰ ਹੌਲਾ ਆਉਣਾ ਸੀ। ਅਸੀਂ ਇਹ ਕਹਿ ਬੈਠਣ ਦਾ ਮੌਕਾ ਪ੍ਰਾਪਤ ਹੁੰਦਾ ਆ, ਪਰ ਅਸੀਂ ਮੌਕੇ ਨੂੰ ਇੱਧਰ ਉੱਧਰ ਫਿਰ ਕੇ ਗਵਾ ਛੱਡਦੇ ਆ। ਮੁੜ ਕੇ ਪਿਆਰੇ ਗੁਰਮਖੋ, ਸਤਸੰਗ ਵਿੱਚ ਬੈਠਣਾ ਨਾ ਬੈਠਣਾ ਇਹ ਵੀ ਇੱਕ ਕਰਮ ਹੈ। ਲਾਗੇ ਖਲੋਤੇ ਰਹਿਣਾ ਜਾਂ ਸੰਗਤ ਵਿੱਚ ਨਹੀਂ ਬੈਠਣਾ ਜਾਂ ਤਵੱਜੋ ਦੇ ਕੇ ਨਹੀਂ ਸੁਣਨਾ, ਇਹ ਵੀ ਸਾਡੇ ਦੇ ਕਰਮ ਚੜ ਜਾਂਦਾ ਹੈ। ਜਦੋਂ ਅਸੀਂ ਸੰਗਤ 'ਚ ਬਹਿ ਕੇ ਆਰਾਮ ਨਾਲ ਸੁਣਨਾ, ਇਹ ਕਰਮ ਅਲੱਗ ਹੈ। ਬਾਹਰ ਹੋ ਕੇ ਫਿਰਦਾ ਰਹਿਣਾ, ਤੁਰਦੇ ਰਹਿਣਾ, ਇਹ ਵੀ ਇੱਕ ਕਰਮ ਹੈ। ਇਹ ਕਰਮ 'ਚ ਵੱਖ-ਵੱਖ ਡਿਫਰੈਂਸ ਹੈ ਪਿਆਰੇ ਗੁਰਮੁਖੋ। ਬਹਿ ਕੇ ਅੱਛਾ ਕਰਮ ਬਣ ਜਾਂਦਾ ਹੈ, ਬਾਹਰ ਫਿਰ ਕੇ ਹੋਰ ਕਰਮ ਬਣ ਜਾਂਦਾ ਹੈ। ਇਹ ਪਰਮਾਤਮਾ ਨੂੰ ਫਿਰ ਸਾਨੂੰ ਜਵਾਬ ਦੇਣਾ ਪਏਗਾ। ਮਹਾਰਾਜ ਜੀ ਤੇ ਕਹਿਣਗੇ ਭਈ ਤੂੰ ਕਹੇਗਾ ਵੀ ਮੈਨੂੰ ਨਾਮ ਨਹੀਂ ਕਿਸ ਤਰ੍ਹਾਂ ਜਪਦਾ, ਮੈਨੂੰ ਤੇ ਸੋਝੀ ਨਹੀਂ ਸੀ। ਲੇਕਿਨ ਮਹਾਰਾਜ ਜੀ ਨੇ ਇਹ ਜੋ ਤਸਵੀਰ ਬਣਦੀ ਹੈ, ਇਹ ਜੋ ਰੀਲ ਬਣਦੀ ਹੈ, ਜੋ ਫਿਲਮ ਬਣਦੀ ਹੈ, ਮਹਾਰਾਜ ਕਹਿੰਦੇ ਹੁੰਦੇ ਸੀ ਕਿ ਆਹ ਜੋ ਸਾਡੇ ਦੋ ਕੰਧੇ ਹਨ, ਇਹ ਮੋਢੇ ਹਨ ਜਿਹੜੇ ਸਾਡੇ ਹਨ। ਮਹਾਰਾਜ ਜੀ ਕਹਿੰਦੇ ਇਹ ਗੁਪਤ
ਜਿਹੜਾ ਗੁਪਤ ਹੈ, ਇੱਕ ਦੋ ਮਹਾਰਾਜ ਦੇ ਗਨ ਜੋ ਧਰਮਰਾਜ ਦੇ ਗੁਪਤਚਰ ਹੁੰਦੇ ਆ, ਇਹ ਸਾਡੇ ਮੋਢਿਆਂ ਤੇ ਸਾਨੂੰ ਦੇਖ ਰਹੇ ਨੇ, ਸਾਡੇ ਹਰ ਕਰਮ ਨੂੰ ਦੇਖ ਰਹੇ ਨੇ, ਸਾਡੇ ਹਰ ਕਰਮ ਨੂੰ ਬਾਚ ਰਹੇ ਨੇ। ਇਸੇ ਕਰਕੇ ਪਿਆਰੇ ਗੁਰਮੁਖ ਕੋ ਦੁੱਖ ਸੁੱਖ ਕਿਹੜਾ ਇਹ ਕਰਮ ਦੇ ਨਾਲ ਹੀ ਬਣਦਾ ਹੈ। ਇਸ ਕਰਕੇ ਸਤਿਗੁਰ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਪੜ੍ਹ ਸੁਣ ਕੇ ਬਾਣੀ ਤੇਰੀ ਲੱਗੇ ਬਹੁਤ ਡਰ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਉਹਨਾਂ ਵਿੱਚ ਉਹ ਬਾਣੀ ਸਾਡੇ ਵਾਸਤੇ ਹੁੰਦੀ ਹੈ, ਇਹ ਹੋਰ ਵਾਸਤੇ ਨਹੀਂ ਹੁੰਦੀ ਹੈ। ਉਹ ਸਾਡੇ ਹੀ ਇਹ 'ਚ ਕਰਮ ਛੁਪੇ ਹੁੰਦੇ ਨੇ, ਉਹਨਾਂ ਕਰਮਾਂ ਨੂੰ ਉਜਾਗਰ ਕੀਤਾ ਜਾਂਦਾ ਹੈ। ਫਿਰ ਮਹਾਰਾਜ ਜੀ ਸਵਾਦਾਨ ਦੱਸਦੇ ਨੇ ਕਿ ਇਹਨਾਂ ਕਰਮਾਂ ਦਾ ਭੁਗਤਾਨ ਅਸੀਂ ਕਿਸ ਤਰ੍ਹਾਂ ਕਰਨਾ ਹੈ। ਇਹ ਸਤਿਗੁਰੂ ਮਹਾਰਾਜ ਜੋ ਬਹਿ ਕਰਕੇ ਸੁਣ ਲੈਂਦਾ ਹੈ, ਧਿਆਨ ਲਗਾ ਕੇ ਸੁਣ ਲੈਂਦਾ ਹੈ, ਉਹ ਆਪਣੇ ਕਰਮਾਂ ਨੂੰ ਪਿਆਰੇ ਗੁਰਮੁਖ ਨੂੰ ਬੜੇ ਪਿਆਰ ਤਰੀਕੇ ਨਾਲ ਸਤਿਗੁਰੂ ਤੋਂ ਬਖਸ਼ਾ ਲੈਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਪੜ੍ਹ ਸੁਣ ਕੇ ਬਾਣੀ ਤੇਰੀ ਲੱਗੇ ਬਹੁਤ ਡਰ, ਰਹਿ ਗਏ ਸਵਾਸ ਨੇ ਥੋੜੇ ਬਹੁਤੇ ਗਏ ਨੇ ਚਾਰ। ਭਾਈ ਜਦੋਂ ਸਮਝ ਆਉਂਦੀ ਹੈ ਕਿ ਹਾਏ ਮੈਂ ਇਤਨੇ ਸਵਾਸ ਜੋ ਬਚਪਨ ਤੋਂ ਜਨਮ ਤੋਂ ਲੈ ਕੇ ਸ਼ੁਰੂ ਹੋਏ ਸੀ, ਮੇਰੇ ਸਵਾਸ ਆਣੇ ਜਾਣੇ, ਆ ਹੁਣ ਮੇਰੀ ਕਿੰਨੀ ਉਮਰ ਹੋ ਗਈ ਹੈ, ਇੰਨੀ ਉਮਰ ਦੇ ਵਿੱਚ ਕਿੰਨੇ ਮੇਰੇ ਸਵਾਸ ਚਲੇ ਗਏ ਨੇ, ਜੋ ਵਿਅਰਥ ਚਲੇ ਗਏ ਨੇ, ਬਿਨਾਂ ਨਾਮ ਜਪਣ ਤੋਂ ਚਲੇ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੁਣ ਪਤਾ ਨਹੀਂ ਅੱਗੇ ਥੋੜੇ ਆ ਜਾਂ ਬਹੁਤੇ ਆ, ਕਿਉਂਕਿ ਬਾਣੀ ਨੇ ਦੱਸ ਦਿੱਤਾ ਹੈ। ਪੜ੍ਹ ਸੁਣ ਕੇ ਬਾਣੀ ਤੇਰੀ ਲੱਗੇ ਬਹੁਤ ਡਰ, ਰਹਿ ਗਏ ਸਵਾਸ ਨੇ ਥੋੜੇ ਬਹੁਤੇ ਗਏ ਨੇ ਚਾਰ। ਅੱਜ ਬਹੁਤੇ ਚੜ ਗਏ ਨੇ, ਥੋੜੇ ਜਿਹੇ ਰਹਿ ਗਏ ਨੇ। ਪਿਆਰੇ ਗੁਰਮੁਖੋ ਥੋੜੇ ਸਵਾਸਾਂ ਦੇ ਜਰੀਏ ਹੀ ਇਨਸਾਨ ਜਿਹੜਾ ਆਪਣੇ ਪਾਪ ਬਖਸ਼ਾ ਲੈਂਦਾ ਹੈ, ਆਪਣੇ ਸਤਿਗੁਰ ਦੇ ਚਰਨਾਂ ਵਿੱਚ ਬਹਿ ਸਕਦਾ ਹੈ, ਸਤਿਗੁਰ ਦੇ ਗੁਣ ਗਾ ਸਕਦਾ ਹੈ, ਸਤਿਗੁਰ ਦੇ ਬਚਨਾਂ ਨੂੰ ਸੁਣ ਸਕਦਾ ਹੈ। ਜਦੋਂ ਇੱਕ ਵੀ ਸ਼ਬਦ ਦੀ ਕਿਤੇ ਟਕੋਰ ਇਸ ਮਨ ਨੂੰ ਲੱਗ ਜਾਏ ਤਾਂ ਇਹ ਮਨ ਸਿੱਧਾ ਹੋ ਕਰਕੇ ਸਤਿਗੁਰਾਂ ਦੀ ਚਰਨੀ ਦੀ ਰਾਹ ਤੇ ਚੱਲ ਪੈਂਦਾ ਹੈ, ਜਿੱਥੇ ਜਾ ਕਰਕੇ ਇਸ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹ ਸਾਧਾ ਸਾਹਿਬ ਕਰਾਮਤ ਜਿਹੜੀ ਹੈ ਇਹ ਮਾਨਸ ਜਨਮ ਵਿੱਚ ਹੈ। ਇਹ ਮਾਨਸ ਜਨਮ ਨੂੰ ਅਸੀਂ ਵਰਤਣਾ ਕਿਸ ਤਰ੍ਹਾਂ ਦਾ ਹੈ, ਇਹਨੂੰ ਚਲਾਉਣਾ ਕਿਸ ਤਰ੍ਹਾਂ ਹੈ, ਇਹ ਕੇਵਲ ਦੀ ਕੇਵਲ ਪਤਾ ਸਤਿਗੁਰ ਨੂੰ ਹੈ, ਗੁਰੂ ਮਹਾਰਾਜ ਜੀ ਨੂੰ ਹੈ, ਜੋ ਸਾਨੂੰ ਸਤ ਸੰਗਤ ਵਿੱਚ ਆ ਕਰਕੇ ਸਾਨੂੰ ਦਰਸ਼ਨ ਦਿੰਦੇ ਨੇ, ਉੱਥੇ ਆ ਕਰਕੇ ਸਾਨੂੰ ਮਾਰਗ ਦੇ ਘਰ ਦੇ ਬਚਨ ਸੁਣਾਉਂਦੇ ਨੇ। ਇਹ ਬਚਨਾਂ ਨੂੰ ਮੰਨ ਕਰਕੇ ਹੀ ਅਸੀਂ ਇਸ ਪਾਵਨ ਚੋਲੇ ਦਾ, ਇਸ ਮਾਨਸ ਚੋਲੇ ਦਾ ਲਾਭ ਉਠਾ ਸਕਦੇ ਹਾਂ। ਪਿਆਰੇ ਗੁਰਮੁਖੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਅੱਗੇ ਆਪਣੀ ਬਾਣੀ ਵਿੱਚ ਬੜਾ ਸੁੰਦਰ ਫਰਮਾ ਰਹੇ ਨੇ। ਹਾਂਜੀ, ਭਾਗ ਚੰਗੇ ਰੇ ਮਾਨਸਾ, ਮਿਲੇ ਕੜੀ ਸਤ ਸੰਗ, ਭਾਗਹੀਨ ਚੜਿਓ ਨਹੀਂ, ਰੰਗ ਕੜੀ ਸਤ ਸੰਗ। ਗੁਰੂ ਸਾਹਿਬਾ ਜੀ ਨੇ ਦੇਖੋ ਸੰਗਤ ਵਿੱਚ ਬੈਠਣ ਵਾਲਿਆਂ ਨੂੰ, ਸਤਸੰਗ ਸੁਣਨ ਵਾਲਿਆਂ ਨੂੰ ਕੀ ਕਿਹਾ ਹੈ? ਭਾਗ ਚੰਗੇੜੇ ਮਾਨਸਾ, ਮਿਲੇ ਘੜੀ ਸਤ ਸੰਗ। ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਭਲਿਓ ਜਦੋਂ ਤੁਸੀਂ ਸਤਸੰਗ ਵਿੱਚ ਆ ਕੇ ਵਿਰਾਜਮਾਨ ਹੋ ਜਾਂਦੇ ਹੋ, ਤੁਸੀਂ ਭਾਗਾਂ ਵਾਲੇ ਖਵਾਉਂਦੇ ਹੋ, ਤੁਸੀਂ ਭਾਗਹੀਨ ਨਹੀਂ ਹੋ, ਭਾਗਾਂ ਵਾਲੇ ਹੋ ਜਾਂਦੇ ਹੋ। ਇਸ ਕਰਕੇ ਜਿਨ੍ਹਾਂ ਦੇ ਭਾਗ ਬਣ ਜਾਂਦੇ ਨੇ ਪ੍ਰਮਾਤਮਾ ਦੇ ਘਰ ਵਿੱਚ ਆ ਕਰਕੇ, ਉਹ ਖੁਸ਼ਹਾਲ ਹੋ ਜਾਂਦੇ ਨੇ। ਉਹਨਾਂ ਦੀ ਬ੍ਰਿਤੀ ਜਿਹੜੀ ਹੈ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਂਦੀ ਹੈ। ਉਹ ਆਪਣਾ ਭਲਾ ਬੁਰਾ ਜਾਣ ਲੈਂਦੇ ਨੇ, ਉਹ ਆਪਣੀ 84 ਤੋਂ ਮੁਕਤ ਹੋ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਨਿਵਾਸ ਕਰ ਸਕਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਾਗ ਚੰਗੇੜੇ ਮਾਨਸਾ, ਮਿਲੇ ਘੜੀ ਸਤਸੰਗ। ਉਹਨਾਂ ਰੂਹਾਂ ਦੇ ਭਾਗ ਚੰਗੇ ਨੇ ਜਿਨ੍ਹਾਂ ਨੂੰ ਘੜੀ ਸਤਸੰਗ ਦੀ ਮਿਲਦੀ ਹੈ, ਔਰ ਉਹ ਰੂਹਾਂ ਸਤਸੰਗ ਵਿੱਚ ਆ ਕਰਕੇ ਆਪਣਾ ਤਨ ਮਨ ਧਨ ਅਰਪਣ ਕਰਕੇ ਬਹਿ ਜਾਂਦੀਆਂ ਨੇ। ਉਹ ਘੜੀ ਭਾਵੇਂ ਅੱਧੇ ਘੰਟੇ ਦੀ ਹੋਵੇ, ਭਾਵੇਂ ਪੌਣੇ ਘੰਟੇ ਦੀ ਹੋਵੇ, ਉਹ ਸਾਰੀ ਦੀ ਸਾਰੀ ਘੜੀ ਜਿਹੜੀ ਹੈ ਪ੍ਰਮਾਤਮਾ ਆਪਣੇ ਲੇਖੇ ਲਾ ਲੈਂਦਾ ਹੈ। ਉਸ ਇੱਕ ਘੜੀ ਦੇ ਅਵਜ਼ਾਰੇ ਵਿੱਚ ਪਤਾ ਨਹੀਂ ਪ੍ਰਮਾਤਮਾ ਕੀ ਕੀ ਮਿਹਰਾਂ ਬਰਸਾ ਦਿੰਦਾ ਹੈ, ਕਿਤਨੇ ਕਿਤਨੇ ਕਰਮ ਪ੍ਰਾਪਤ ਸਾਡੇ ਕੱਟੇ ਜਾਂਦੇ ਨੇ। ਇਸੇ ਕਰਕੇ ਸਤਿਗੁਰੂ ਮਹਾਰਾਜ ਕਿਆ ਕਰਦੇ ਸਨ, ਕਦਮ ਕਦਮ ਜਿਹੜੇ ਸਤਸੰਗ ਆਉਂਦੇ ਨੇ, ਲੱਖਾਂ ਹੀ ਕਰਮ ਪਤ ਚੜ ਵਾਂਗੂ ਜਾਂਦੇ ਨੇ। ਬੋਲੇ ਅਨਮੋਲ ਗੁਰੂ ਗੱਲ ਸਮਝਾਉਂਦੇ, ਚੁੱਚੇ ਭਾਗਾਂ ਵਾਲੇ ਚੱਲ ਸਤਸੰਗ ਆਉਂਦੇ। ਇਸ ਕਰਕੇ ਜੋ ਦੂਰੋਂ ਦੂਰੋਂ ਦੇਖਿਓ ਕਈ ਆਉਂਦੇ ਨੇ ਵਿਚਾਰੇ ਦੂਰੋਂ ਦੂਰੋਂ ਆ ਕਰਕੇ ਇੱਕ ਸਤਸੰਗ ਦੀ ਚਾਹਤ ਵਿੱਚ, ਸਤਸੰਗ ਦੇ ਪਿਆਰ ਵਿੱਚ ਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਨੇ ਕਿ ਇੱਕ ਘੜੀ ਸਤਸੰਗ ਵਾਸਤੇ। ਇੱਕ ਹੁੰਦੇ ਆ ਲਾਗੇ ਘੜੀ ਮਿਲੇ ਦੀ ਉਹ ਪ੍ਰਾਪਤ ਨਹੀਂ ਕਰ ਸਕਦੇ। ਫਰਕ ਤੇ ਹੈ ਨਾ ਪਿਆਰੇ ਗੁਰਮੁਖੋ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੀ ਸਤਸੰਗ ਹੈ। ਤੇ ਸਤਸੰਗ ਕਹਿੰਦੇ ਨੇ ਰੂਹ ਦੀ ਮਾਂ ਹੁੰਦੀ ਹੈ। ਇੱਕ ਵਾਰੀ ਇੱਕ ਗੁਰੂ ਸਾਹਿਬ ਦੇ ਪਿਆਰੇ ਨੇ ਸੰਤਾਂ ਦੇ ਕਹਿਣ ਤੇ ਨਾਮ ਸ਼ਬਦ ਦੀ ਪ੍ਰਾਪਤੀ ਕਰ ਲਈ। ਨਾਮ ਸ਼ਬਦ ਦੀ ਪ੍ਰਾਪਤੀ ਕਰ ਲਈ ਤੇ ਉਸਨੇ ਸਤਸੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਵਿਚਾਰਾ ਬੜਾ ਗਰੀਬ ਸੀ, ਰੋਟੀ ਖਾਣ ਨੂੰ ਵੀ
घट सी, इन्नी पूरी नहीं सी मिलती, और कपड़ा लीता पाण नूं भी थोड़ा हिसाब दा सी, एनी मीरी नहीं सी। किहे संतां ने आख्या भी भाई तू गुरु का नाम जपिया कर, गुरु के सिमरन विच अपना ध्यान जमा। उन्हें नाम शब्द लै लिया ते नाम शब्द नाल जपना शुरू कर दिता। जपदा क्या चिर हो गया, कोई 4-5 साल हो गए, पर उसकी हालत नहीं बदली। वो ज्यों दा त्यों सी, ਉਹਨੂੰ भी ਵਿਚਾਰੇ ਨੂੰ ਉਸੇ ਤਰ੍ਹਾਂ ਦਾ कपड़ा लीता भी उस तरह सी, उसकी हालत नहीं बदली। ते सतगुरु महाराज कहंदे भलिया सतसंग जिहड़ा हुंदा ना, ये रूह दी मां हुंदी है। ते भाई सत्संग विच बैठ के तू मंग लै, महाराज अपनी मां कोलों मंग लै, है ना। तू अपनी मां कोलों जो मंगना मंग, मां किहड़ी ना करदी है, ते तू मंग लै पई। उस है बेचारा बच्चा सी, इन्ना कोई जवान नहीं सी। वो आखन लगा महाराज जी गल इस तरह है, असी ते नियाणे आ, ते जिहड़े नियाणे हुंदे आ उन्हां दी मां जिहड़ी है जदों उन्हां नूं पालदी है, कि मां नूं कहना थोड़ा पैंदा कि मैनूं आ चाहीदा ते मैनूं आ चाहीदा। मां नूं सारा ही पता हुंदा है मेरे बच्चे नूं की चाहीदा। कोई कहता बच्चा मां नूं भी मैनूं आ, मैनूं इस तरह जिहड़ा मेरी सुरक्षा कर, मैनूं रोटी दे, मैनूं इस तरह दा मां नूं कुछ दसना नहीं पैंदा। मां ते मां हुंदी है जिहड़ी सारिआं नूं अच्छी लगदी है, सारिआं दा पालन पोषण करदी है, आप घट खांदी है, अपने बच्चे नूं पूरा दिंदी है ना, ਉਹਦਾ हर चीज़ का ख्याल रखती है। रात जो सौंदी है बच्चा पेशाब कर दिंदा है, बच्चे नूं आप सुक्के थां पा के आप गिले थां पै जाती है। ये मां तो है, और कौन है? वो इंसान महाराज के बच्चे दी गल्लां सुन के बड़ा प्रभावित हो जाती। वाकई ये ज्ञान इहनूं कहंदे ने। बाकी जे सत्संग मां है रूह दी, ते सत्संग जिहड़ा हुंदा मां अपनी रूह नूं सब कुछ जानदी है, वो बिन मंगिया जिहनूं दे जाती है। बस साडा की है, साडा कर्म है बैठना। ये ਜਦੋਂ ਅਸੀਂ ਸਤਸੰਗ ਵਿੱਚ ਬਹਿੰਦੇ ਨਹੀਂ ਆਏ, ਮੁੱਖ ਮੋੜ ਕੇ ਪਰੇ ਉਧਰ ਉਧਰ ਹੋ ਜਾਂਦੇ ਆ, ਤੇ ਮਾਂ ਫਿਰ ਨਾਰਾਜ਼ ਹੋ ਜਾਂਦੀ। ਕਹਿੰਦੇ ਸਭ ਤੋਂ ਵੱਡਾ ਅਪਰਾਧ ਪਤਾ ਕੀ ਹੁੰਦਾ ਦੁਨੀਆ ਤੇ? ਸਭ ਤੋਂ ਵੱਡਾ ਅਪਰਾਧ ਕੀ ਹੈ? ਮਾਂ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਜਨਮਤਾ ਉਹ ਮਾਂ ਆ। ਜਿਹੜੇ ਸਹੁਰੇ ਪੇਕੇ ਵੱਲ ਹੁੰਦੀ ਹੈ, ਸੱਸ ਮਾਂ ਹੁੰਦੀ ਹੈ, ਸਹੁਰਾ ਹੁੰਦਾ ਆ, ਇਹ ਵੀ ਤਾਂ ਮਾਂ ਹੁੰਦੀ ਆ। ਦਾਦੀ ਮਾਂ ਹੁੰਦੀ ਹੈ, ਨਾਨੀ ਮਾਂ ਹੁੰਦੀ ਹੈ, ਵੀ ਮਾਵਾਂ ਹੀ ਹੁੰਦੀਆਂ ਆ। ਪਰ ਮਹਾਰਾਜ ਜੀ ਕਿਆ ਕਰਦੇ ਸਨ ਕਿ ਇਹ ਸਭ ਤੋਂ ਵੱਡਾ ਅਪਰਾਧ ਕੀ ਹੈ? ਧਿਆਨ ਨਾਲ ਸੁਣਿਓ, ਮਹਾਰਾਜ ਦਾ ਬਚਨ ਆਇਆ। ਸਭ ਤੋਂ ਵੱਡਾ ਅਪਰਾਧ ਆਹੀ ਸੋਚਣਾ ਹਰੇ ਕਤਲ ਕਰਨਾ ਹੈ, ਚੋਰੀ ਕਰਨਾ ਹੈ, ਜ਼ਬਰ ਜਨਾਹ ਕਰਨਾ ਹੈ, ਜਾਂ ਕਿਸੇ ਨੂੰ ਅਪਸ਼ਬਦ ਬੋਲਣਾ ਹੈ। ਕਹਿੰਦੇ ਨਹੀਂ, ਸਭ ਤੋਂ ਵੱਡਾ ਗੁਨਾਹ ਹੈ ਜਦੋਂ ਮਾਂ ਬੁਲਾਵੇ ਜਾਂ ਪਿਓ ਬੁਲਾਵੇ, ਤੇ ਜਦੋਂ ਅੱਗੇ ਧੀ ਪੁੱਤਰ ਆਖੇ ਮੇਰੇ ਕੋਲ ਟਾਈਮ ਨਹੀਂ। ਮਾਂ ਬਾਪ ਤਰਸਦੇ ਹੋਣ ਆਪਣੇ ਧੀਆਂ ਪੁੱਤਰਾਂ ਦੇ ਦਰਸ਼ਨ ਕਰਨ ਵਾਸਤੇ, ਆਪਣੇ ਧੀਆਂ ਪੁੱਤਰਾਂ ਮਿਲਣ ਵਾਸਤੇ, ਕਹਿੰਦੇ ਤੇ ਅੱਗੋਂ ਆਖਣ ਸਾਡੇ ਕੋਲ ਟਾਈਮ ਹੈ ਨਹੀਂ। ਕਹਿੰਦੇ ਇਹ ਸਭ ਤੋਂ ਵੱਡਾ ਅਪਰਾਧ ਹੈ। ਕਦੀ ਇਹ ਅਪਰਾਧ ਨਹੀਂ ਕਰਦਾ। ਮਾਂ ਚੇਤੇ ਕਰੇ ਤਾਂ ਜ਼ਰੂਰ ਆ। ਮਾਂ ਖਿਆਲ ਚਾਹਵੇ ਕਿ ਮੈਂ ਆਪਣੀ ਧੀ ਨੂੰ ਮਿਲਣਾ ਚਾਹੁੰਦੀ ਹਾਂ, ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ, ਤਾਂ ਉਹ ਧੀ ਭੈਣ ਜਿਹੜੀ ਹੈ ਜਾਂ ਪੁੱਤਰ ਜਿਹੜਾ ਹੈ ਉਹ ਜ਼ਰੂਰ ਆਏ, ਜ਼ਰੂਰ ਆਏ ਟਾਈਮ ਕੱਢ ਕੇ। ਜਦੋਂ ਇਹ ਨਾ ਮੇਰੇ ਕੋਲ ਟਾਈਮ ਨਹੀਂ ਹੈ, ਕਿਉਂਕਿ ਇਹ ਵੱਡਾ ਅਪਰਾਧ ਹੈ। ਇਸ ਕਰਕੇ ਇਸ ਅਪਰਾਧ ਤੋਂ ਬਚਣਾ ਹੈ। ਕਿਉਂਕਿ ਜਦੋਂ ਅਸੀਂ ਮਿਲਣ ਨਹੀਂ ਜਾਂਦੇ, ਅਸੀਂ ਜਦੋਂ ਮਾਂ ਬਾਪ ਕੋਲ ਨਹੀਂ ਆਉਂਦੇ ਆ, ਤੇ ਪਤਾ ਨਹੀਂ ਉਹਨਾਂ ਦਾ ਕਿੰਨਾ ਦੇਰ ਲੱਗਦਾ ਹੈ। ਇਸ ਕਰਕੇ ਤੇਰੀ ਸਾਸਨ ਜੀ ਇਹ ਗੁਰਮਤਿ ਦੇ ਵਿੱਚ, ਇਤਿਹਾਸ ਦੇ ਵਿੱਚ ਦੱਸਿਆ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਜ਼ਰੂਰ ਮਹਾਰਾਜ ਦੀ ਕਿਰਪਾ ਨਾਲ ਇਸ ਨੂੰ ਮੰਨਣਾ ਹੈ, ਇਸ ਅਪਰਾਧ ਤੋਂ ਬਚਣਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਕੁਝ ਐਸੀਆਂ ਸੰਗਤ ਵਿੱਚ ਸਾਨੂੰ ਠੋਕਰਾਂ ਵੱਜਦੀਆਂ ਨੇ, ਐਸੀਆਂ ਗਿਆਨ ਦੀਆਂ ਗੱਲਾਂ ਦਾ ਪਤਾ ਲੱਗਦਾ ਹੈ ਜਿੱਥੇ ਸਾਡੇ ਜੀਵਨ ਵਿੱਚ ਆ ਕਰਕੇ ਸੁਧਾਰ ਹੋਣਾ ਹੈ। ਜਦੋਂ ਜੀਵਨ 'ਚ ਸੁਧਾਰ ਹੋਏਗਾ, ਮਨ ਦਾ ਸੁਧਾਰ ਹੋਏਗਾ, ਤਾਂ ਪਿਆਰੇ ਗੁਰਮੁਖੋ ਸਾਡੇ ਕਦਮ ਜਿਹੜੇ ਗੁਰਮਤਿ ਵੱਲ ਆਪਣੇ ਨਾਲ ਪਹਿਚਾਨਿਆ ਹੀ ਨਹੀਂ ਹੈ। ਇਸ ਕਰਕੇ ਉਹਦੇ ਵਿੱਚ ਸੁਧਾਰ ਨਹੀਂ ਹੁੰਦਾ। ਸੁਧਾਰ ਘਰ ਤੋਂ ਹੀ ਸ਼ੁਰੂ ਹੁੰਦਾ ਆ, ਸੇਵਾ ਤੋਂ ਸ਼ੁਰੂ ਹੁੰਦਾ ਆ, ਸਿਮਰਨ ਭਜਨ ਤੋਂ ਸ਼ੁਰੂ ਹੁੰਦਾ ਆ। ਪਰ ਇਹਨਾਂ ਵਿੱਚ ਸਾਡਾ ਖਿਆਲ ਕਿੱਥੇ ਹੈ? ਸਾਡਾ ਖਿਆਲ ਨਹੀਂ ਹੈ। ਇਸ ਕਰਕੇ ਪਿਆਰੇ ਗੁਰਮੁਖੋ ਅੱਜ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਸੁਣ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਵਿੱਚ ਸਾਡਾ ਜੀਵਨ ਗੁਜ਼ਰ ਰਿਹਾ ਹੈ, ਉਹ ਮਹਾਰਾਜ ਜੀ ਕਹਿੰਦੇ ਇੱਥੋਂ ਦੇ ਤੁਹਾਨੂੰ ਦੁੱਖ ਦੇ ਸਿਵਾ ਹੋਰ ਕੁਝ ਮਿਲਣਾ ਨਹੀਂ ਹੈ। ਕੁਝ ਚਿਰ ਸੁੱਖ ਹੋਏਗਾ, ਫਿਰ ਦੁੱਖ ਹੀ ਦੁੱਖ ਹੈ। ਇਸ ਕਰਕੇ ਸੁੱਖ ਹੈ ਉਹ ਤੇਰੇ ਨਾਮ ਜਪਣ ਵਿੱਚ ਹੈ, ਉਹ ਤੇਰੇ ਸਿਮਰਨ ਕਰਨ ਵਿੱਚ ਹੈ,
ਉਹ ਤੇਰੇ ਸਤਿਗੁਰ ਦੇ ਨਾਲ ਪਿਆਰ ਕਰਨ ਵਿੱਚ ਹੈ, ਉਹ ਸਤਿਗੁਰ ਉੱਪਰ ਵਿਸ਼ਵਾਸ ਕਰਨ ਵਿੱਚ ਹੈ। ਕਿਉਂਕਿ ਪਿਆਰੀ ਗੁਰਮੁਖੋ ਸੱਚੇ ਪਾਤਸ਼ਾਹ ਜੀ ਕਿਹਾ ਕਰਦੇ ਸਨ ਕਿ ਇਹ ਜੋ ਅੱਜ ਸਤਿਗੁਰ ਆਪਣੀ ਬਾਣੀ ਦੇ ਵਿੱਚ ਸਾਨੂੰ ਇਹੋ ਹੀ ਪਹਿਲੀ ਪੰਕਤੀ ਚ ਦੱਸ ਰਹੇ ਨੇ ਕਿ ਉਸ ਮਾਲਕ ਦਾ ਸ਼ੁਕਰਾਨਾ ਕਰਕੇ ਤੈਨੂੰ ਮਾਨਸ ਚੋਲਾ ਮਿਲਿਆ ਹੋਇਆ ਹੈ। ਉਸ ਮਾਲਕ ਦਾ ਫਿਰ ਸ਼ੁਕਰਾਨਾ ਕਰ ਕਿ ਤੈਨੂੰ ਸੰਗਤ ਮਿਲੀ ਹੈ। ਹੋਰ ਸ਼ੁਕਰਾਨਾ ਕਰ ਕਿ ਤੈਨੂੰ ਸੰਗਤ ਵਿੱਚ ਸਤਿਗੁਰ ਦੇ ਦਰਸ਼ਨ ਹੋਏ ਨੇ। ਹੋਰ ਸ਼ੁਕਰਾਨਾ ਕਰ ਕਿ ਤੈਨੂੰ ਸਤਿਗੁਰ ਤੋਂ ਨਾਮ ਦੀ ਪ੍ਰਾਪਤੀ ਹੋਈ ਹੈ। ਹੋਰ ਸ਼ੁਕਰਾਨਾ ਕਰ ਕਿ ਤੈਨੂੰ ਨਾਮ ਦੀ ਕਮਾਈ ਮਿਲੀ ਹੈ। ਤੇ ਪਿਆਰੇ ਗੁਰਮੁਖ, ਇੰਨੀਆਂ ਦਾਤਾਂ ਜਿਨ੍ਹਾਂ ਨੂੰ ਰੂਹਾਂ ਨੂੰ ਸਤਿਗੁਰੂ ਕੋਲੋਂ ਮਿਲਦੀਆਂ ਹਨ, ਕਿਉਂ ਨਾ ਸ਼ੁਕਰਾਨਾ ਕਰੀਏ ਸਤਿਗੁਰ ਜੀ ਦਾ, ਕਿਉਂਕਿ ਸ਼ੁਕਰਾਨਾ ਹੀ ਉਹਦਾ ਅਫਜ਼ਾਨਾ ਹੈ। ਪਿਆਰੇ ਗੁਰਮੁਖੋ, ਜਦੋਂ ਅਸੀਂ ਕਿਸੇ ਦਾ ਚੀਜ਼ ਲੈ ਕੇ ਧੰਨਵਾਦ ਕਰਦੇ ਹਾਂ, ਮਹਾਰਾਜ ਜੀ ਕਿਹਾ ਕਰਦੇ ਸਨ ਕਿ ਸਾਨੂੰ ਅਗਰ ਕੋਈ ਚੀਜ਼ ਨਾ ਮਿਲੇ ਤੇ ਸਾਨੂੰ ਕੋਈ ਦੁਨੀਆ ਦੀ ਚੀਜ਼ ਦਵਾ ਦੇ ਨਾ, ਤੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਭਰਾਵਾ ਤੇਰੀ ਬਹੁਤ ਮਿਹਰਬਾਨੀ, ਮੈਨੂੰ ਚੀਜ਼ ਨਹੀਂ ਸੀ ਮਿਲਦੀ, ਤੂੰ ਮੈਨੂੰ ਦਵਾ ਦਿੱਤੀ ਹੈ, ਤੇਰਾ ਧੰਨਵਾਦ। ਉਹਦਾ ਬਹੁਤ ਧੰਨਵਾਦ ਕਰਦਾ, ਜਿੱਥੇ ਮਿਲਦਾ ਉਹਨੂੰ ਸਤਿਕਾਰ ਕਰਦੇ ਆ, ਉਹਨੂੰ ਨਮਸਤੇ ਕਰਦੇ ਆ, ਉਹਦੇ ਅੱਗੇ ਝੁਕਦੇ ਆ ਵੀ ਤੂੰ ਮੈਨੂੰ ਚੀਜ਼ ਦਵਾਈ ਆ। ਕਹਿੰਦਾ ਗੁਰੂ ਮਹਾਰਾਜ, ਕਹਿੰਦੇ ਗੁਰੂ ਮਹਾਰਾਜ ਸ਼ੁਕਰਾਨਾ ਕਿਉਂ ਨਹੀਂ ਕਰਦੇ ਅਸੀਂ, ਜਿਸ ਨੇ ਸਾਰਾ ਜੀਵਨ ਦਿੱਤਾ, ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ, ਧੀਆਂ ਪੁੱਤਰ ਦਿੱਤੇ, ਕਾਰੋਬਾਰ ਦਿੱਤਾ, ਸਾਰਾ ਕੁਝ ਦਿੱਤਾ, ਅਸੀਂ ਤਾਂ ਕਦੀ ਸ਼ੁਕਰਾਨਾ ਨਹੀਂ ਕੀਤਾ, ਅਸੀਂ ਤਾਂ ਭੁੱਲ ਵੀ ਜਾਂਦੇ ਆ। ਮਹਾਰਾਜ ਕਹਿੰਦੇ ਐਸਾ ਨਹੀਂ ਕਰਨਾ, ਉਹਦਾ ਸ਼ੁਕਰਾਨਾ ਜ਼ਰੂਰ ਕਰਨਾ। ਸ਼ੁਕਰਾਨੇ ਵਿੱਚ ਮਹਾਰਾਜ ਜੀ ਕਹਿੰਦੇ ਬਹੁਤ ਤਾਕਤ ਹੈ, ਇੰਨੀ ਤਾਕਤ ਹੈ ਸ਼ੁਕਰਾਨੇ ਵਿੱਚ। ਮਹਾਰਾਜ ਜੀ ਕਹਿੰਦੇ ਮਹਾਰਾਜ ਦੇ ਮੇਰਾਂ ਦੇ ਸਮੁੰਦਰ ਵਾਰ ਛੱਡਦੇ ਨੇ। ਇੱਕ ਮਹਾਰਾਜ ਜੀ ਕਥਾ ਸੁਣਾਇਆ ਕਰਦੇ ਸਨ, ਕਹਿੰਦੇ ਇੱਕ ਸੇਵਕ ਸੀ ਮਹਾਰਾਜ ਜੀ ਦਾ, ਉਹ ਡੇਰੇ ਵਿੱਚ ਸੇਵਾ ਕਰਿਆ ਕਰਦਾ ਸੀ, ਬਹੁਤ ਸੇਵਾ ਕਰਿਆ ਕਰਦਾ ਸੀ, ਪਰ ਉਹਦੇ ਵਿੱਚ ਇਹ ਨਹੀਂ ਸੀ ਕੋਈ ਕਿ ਮੈਨੂੰ ਸੇਵਾ ਦੇ ਬਦਲੇ ਕੁਝ ਮਿਲੇ। ਆਪਾਂ ਸੇਵਾ ਕੁਝ ਕਰਦੇ ਆ ਤਾਂ ਉਹਦੇ ਵਿੱਚ ਕੁਝ ਨਾ ਕੁਝ ਗਰਜ ਫਰਜ ਹੁੰਦੀ ਆ, ਇਹਦੇ ਬਦਲੇ ਮੈਨੂੰ ਆਹ ਮਿਲੇਗਾ, ਆਹ ਮਿਲੇਗਾ, ਆਹ ਮਿਲੇਗਾ, ਪਰ ਉਹਦੇ ਵਿੱਚ ਨਹੀਂ ਸੀ। ਉਹ ਤੇ ਕਦੀ ਗੁਰੂ ਮਹਾਰਾਜ ਲਾਗੇ ਵੀ ਨਹੀਂ ਗਿਆ, ਬਸ ਸੰਗਤਾਂ ਦੀ ਸੇਵਾ ਕਰਦੇ, ਕਦੇ ਜੋੜੇ ਝਾੜਨੇ, ਕਦੇ ਸੰਗਤਾਂ ਨੂੰ ਪਾਣੀ ਪਿਆਣਾ, ਕਦੇ ਸੰਗਤਾਂ ਵਿੱਚ ਬਹਿ ਕਰਕੇ ਆਪਣੇ ਬਚਨ ਕਰਨੇ ਸਤਿਗੁਰ ਦੇ ਮਹਾਰਾਜ ਦੇ, ਕਦੇ ਲੰਗਰ ਵਰਤਾਣਾ, ਕਦੇ ਕੁਝ, ਬਸ ਇਹੋ ਚੱਲਦਾ ਸੀ। ਆਣਾ, ਸੇਵਾ ਕਰਨੀ, ਲੰਗਰ ਪਾਣੀ ਛਕਣਾ ਤੇ ਘਰ ਚੱਲ ਜਾਣਾ। ਪਰ ਉਹਦਾ ਪਿਛੋਕੜ ਦੇਖਣ ਚ ਆਇਆ ਕਿ ਉਹ ਇੰਨਾ ਗਰੀਬ ਆਦਮੀ ਸੀ, ਇੰਨਾ ਗਰੀਬ ਆਦਮੀ ਸੀ ਕਿ ਉਹ ਲੋਕੀ 3 ਵਾਰੀ ਰੋਟੀ ਖਾਂਦੇ ਨੇ, ਉਹ ਇੱਕੋ ਟਾਈਮ ਰੋਟੀ ਖਾਂਦੇ ਨੇ, ਉਹ ਵੀ ਰੱਜ ਕੇ ਨਹੀਂ ਮਿਲਦੀ ਹੈ। ਇੱਕ ਟਾਈਮ ਰੋਟੀ ਮਿਲਦੀ, ਉਹ ਵੀ ਰੱਜ ਕੇ ਨਹੀਂ ਮਿਲਦੀ। ਪਿਆਰੇ ਗੁਰਮੁਖੋ, ਐਸਾ ਜੀਵਨ ਸੀ, ਪਰ ਫਿਰ ਵੀ ਉਹ ਗੁਰੂ ਮਹਾਰਾਜ ਸ਼ੁਕਰਾਨਾ ਕਰਦਾ ਸੀ। ਇੱਕ ਦਿਨ ਗੁਰੂ ਮਹਾਰਾਜ ਜੀ ਦੇਖਦੇ ਦੀ ਸੇਵਾ, ਕਿਉਂਕਿ ਗੁਰੂ ਮਹਾਰਾਜ ਦੀ ਨਜ਼ਰ ਸਾਰਿਆਂ ਵੱਲ ਹੁੰਦੀ ਹੈ, ਇਹ ਥੋੜੀ ਹੈ ਸੰਗਤ ਵਿੱਚ ਇੱਕੋ ਵੱਲ ਨਜ਼ਰ ਹੁੰਦੀ ਹੈ, ਨਹੀਂ ਐਸੀ ਨਹੀਂ ਹੈ। ਜਿਤਨੀ ਸੰਗਤ ਗੁਰੂ ਮਹਾਰਾਜ ਦੀ ਹੁੰਦੀ ਹੈ, ਡੇਰੇ ਵਿੱਚ ਆਉਂਦੀ ਹੈ, ਸੇਵਾ ਕਰਦੀ ਹੈ, ਨਾਮ ਜਪਦੀ ਹੈ, ਵਿਸ਼ਵਾਸ ਕਰਦੀ ਹੈ, ਕੁਝ ਵੀ ਹੈ ਕਿ ਜਿਤਨੀ ਸੰਗਤ ਹੁੰਦੀ ਹੈ, ਗੁਰੂ ਮਹਾਰਾਜ ਤੇ ਸਾਰਿਆਂ ਦੀ ਨਜ਼ਰ ਹੁੰਦੀ ਹੈ। ਉਹ ਸਭ ਨੂੰ ਆਪਣੀ ਨਜ਼ਰ ਦੇਖਦੇ ਨੇ, ਕੌਣ ਸੇਵਾ ਕਰਦਾ ਹੈ, ਕੌਣ ਕਿਤਨਾ ਆਇਆ, ਕਿਤਨਾ ਕੀ ਹੈ। ਅੱਜ ਸਤਿਗੁਰੂ ਮਹਾਰਾਜ ਦੀ ਉਹ ਦੇਖ ਰਹੇ ਨੇ ਕਿ ਇਹ ਜੋ ਵਿਅਕਤੀ ਹੈ, ਸੇਵਾਦਾਰ ਹੈ, ਇਹ ਕਦੀ ਸਾਡੇ ਲਾਗੇ ਵੀ ਨਹੀਂ ਆਇਆ, ਕਦੀ ਸਾਨੂੰ ਆ ਕੇ ਬੋਲਿਆ ਵੀ ਨਹੀਂ ਹੈ। ਦੂਰੋਂ ਦਰਸ਼ਨ ਕਰਦਾ ਹੈ, ਨਿਵਾਉਂਦਾ ਹੈ ਸਿਰ, ਔਰ ਫਿਰ ਸੇਵਾ 'ਚ ਜੁੜ ਜਾਂਦਾ ਹੈ। ਇੱਕ ਦਿਨ ਮਹਾਰਾਜ ਜੀ ਉਹਦੀ ਸੇਵਾ ਵਿੱਚ ਦੇਖ ਕੇ ਬਹੁਤ ਖੁਸ਼ ਹੋਏ ਕਿ ਲੋਕੀ ਦੇਖੋ ਕਿੰਨਾ ਡਿਮਾਂਡਾਂ ਰੱਖਦੀਆਂ, ਮਹਾਰਾਜ ਜੀ ਮੈਨੂੰ ਆਹ ਚਾਹੀਦਾ, ਮਹਾਰਾਜ ਜੀ ਮੈਨੂੰ ਆਹ ਚਾਹੀਦਾ। ਲੱਖਾਂ ਦੁਨੀਆ ਪੈਸੇ ਚੜਾਉਂਦੀ ਆ, ਡਿਮਾਂਡਾਂ ਵੀ ਦੱਸਦੀਆਂ ਨੇ, ਲੇਕਿਨ ਆਹ ਬੰਦਾ ਜੋ ਸੇਵਾ ਕਰ ਰਿਹਾ ਹੈ, ਇਹਨੇ ਕਦੀ ਆ ਕੇ ਜ਼ਿਕਰ ਨਹੀਂ ਕੀਤਾ ਕਿ ਮੈਨੂੰ ਆਹ ਚਾਹੀਦਾ ਜਾਂ ਮੈਨੂੰ ਆਹ ਚਾਹੀਦਾ ਹੈ। ਇੱਕ ਦਿਨ ਮਹਾਰਾਜ ਜੀ ਨੇ ਉਸਨੂੰ ਬੁਲਾਇਆ, ਦੂਰ ਸੇਵਾ ਕਰਦਿਆਂ ਨੂੰ, ਉਹ ਭਾਈ ਗੁਰਮੁਖਾ ਸੇਵਾਦਾਰਾ ਉਰੇ ਆ ਜਰਾ ਇੱਧਰ। ਜਦੋਂ ਇਸ ਤਰ੍ਹਾਂ ਬੁਲਾਇਆ ਤੇ ਉਹ ਵਿਚਾਰਾ ਡਰ ਗਿਆ, ਖਰੇ ਮੇਰੇ ਕੋਲ ਕਿਹੜਾ ਗੁਨਾਹ ਹੋਇਆ ਅੱਜ ਜਿਹੜਾ ਮਹਾਰਾਜ ਨੇ ਮੈਨੂੰ ਬੁਲਾਇਆ ਹੈ। ਉਹ ਡਰਦਾ ਆਵੇ, ਹੱਥ ਜੋੜ ਕੇ ਖਲੋ ਗਿਆ, ਕੋਈ ਹੁਕਮ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕੋਈ ਗਲਤੀ ਤੇ ਨਹੀਂ ਹੋਗੀ ਸਾਡੇ ਕੋਲ। ਦੇਖੋ ਕਹਿੰਦਾ ਨਹੀਂ ਪਿਆਰਾ, ਤੇਰੇ ਕੋਲ ਕੋਈ ਗਲਤੀ ਨਹੀਂ, ਅੱਜ ਤੇਰੇ ਤੇ ਅਸੀਂ ਬੜੇ ਖੁਸ਼ ਹਾਂ, ਅੱਜ ਅਸੀਂ ਤੇਰੇ ਤੇ ਬੜੇ ਖੁਸ਼ ਹਾਂ। ਤਾਂ ਤੂੰ ਇਸ ਤਰ੍ਹਾਂ ਕਰ, ਅੱਜ ਜੋ ਤੂੰ ਮੂੰਹ ਮੰਗੇਗਾ ਮੈਂ ਤੈਨੂੰ ਦਿਆਂਗਾ, ਅੱਜ ਤੂੰ ਮੰਗ ਲੈ ਕੁਝ ਮੇਰੇ ਕੋਲ। ਕਹਿੰਦਾ ਸਤਿਗੁਰ ਤੁਠੇ ਤਾਂ ਸਭ ਕੁਝ ਪਾਈਏ, ਸਤਿਗੁਰ ਖੁਸ਼ ਹੋ ਜਾਣਾ ਤੇ ਸਾਰੀਆਂ ਰਹਿਮਤਾਂ ਘਰ ਵਿੱਚ ਆ ਜਾਂਦੀਆਂ। ਹੁਣ ਰੱਬ ਨੂੰ ਖੁਸ਼ ਕਿਸ ਤਰ੍ਹਾਂ ਕਰਨਾ ਹੈ? ਰੱਬ ਨੂੰ ਖੁਸ਼ ਸੇਵਾ ਕਰਕੇ ਹੁੰਦਾ ਹੈ, ਬੰਦਗੀ ਕਰਕੇ ਹੁੰਦਾ ਹੈ, ਸਿਮਰਨ ਭਜਨ ਕਰਕੇ ਹੁੰਦਾ ਹੈ। ਇਹ ਤੇ ਅਸੀਂ ਕਰਦੇ ਹੀ ਨਹੀਂ ਜਿਹਦੇ ਨਾਲ ਰੱਬ ਖੁਸ਼ ਹੋਣਾ ਹੈ ਨਾ। ਤਾਂ ਅੱਜ ਸਤਿਗੁਰੂ ਮਹਾਰਾਜ ਉਸ ਨੂੰ ਕਹਿ ਰਹੇ ਕਿ ਭਲਿਆ ਦੱਸ ਕੀ ਚਾਹੀਦਾ ਤੈਨੂੰ। ਉਹ ਵਿਚਾਰਾ 605 ਬਹਿ ਗਈ, ਮੈਂ ਕੀ ਮੰਗਾ ਮਹਾਰਾਜ ਕੋਲੋਂ, ਕਿਉਂਕਿ ਕਦੇ ਮਨ ਚ ਹੈ ਹੀ ਨਹੀਂ ਮੰਗਣ। ਅਸੀਂ ਜਾਂਦੇ ਹਾਂ ਤਾਂ ਸਾਡੇ 20 ਡਿਮਾਂਡਾਂ ਹੁੰਦੀਆਂ, ਅੱਜ ਮਾਰੇ ਕੋਈ ਮੰਗਣਾ ਆ, ਅੱਜ ਆਹ ਮੰਗਣਾ, ਲੇਕਿਨ ਉਹਦੇ ਪਿਆਰੇ ਵਿੱਚ ਹੈ ਹੀ ਕੋਈ ਨਹੀਂ ਮੰਗ। ਉਹਨੂੰ ਚਿੰਤਾ ਪੈ ਗਈ ਮੈਂ ਕੀ ਮੰਗਾ। ਤੋ ਪਿਆਰੇ ਗੁਰਮੁਖੋ ਨਹੀਂ ਮੰਗ ਸਕਿਆ,
ਆਖਣ ਲੱਗਾ ਮਹਾਰਾਜ ਜੀ ਮੈਨੂੰ ਨਹੀਂ ਆਇਆ ਮੰਗਣੇ, ਤੇ ਮੈਨੂੰ ਇੱਕ ਦਿਨ ਦਾ ਟਾਈਮ ਦੇ ਦਿਓ, ਮੈਂ ਘਰ ਜਾ ਕੇ ਆਪਣਾ ਪਰਿਵਾਰ ਹੈਗਾ, ਮੇਰੀ ਮਾਂ ਹੈਗੀ ਹੈ, ਮੇਰੀ ਕੁੜੀ ਹੈਗੀ ਹੈ, ਮੇਰਾ ਪਰਿਵਾਰ ਹੈਗਾ ਆ, ਤੇ ਮੈਂ ਸਲਾਹ ਕਰਕੇ ਫਿਰ ਦੱਸਾਂਗਾ। ਤੋ ਪਿਆਰੇ ਗੁਰੂ ਮੈਂ ਕੋ ਉਹ ਮਹਾਰਾਜ ਕਹਿੰਦੇ ਜਾ ਤੂੰ ਕੱਲ ਆ ਜੀ, ਫਿਰ ਤੂੰ ਦਾਦੀ ਜੋ ਮੰਗਣਾ ਆ। ਇਹ ਘਰ ਚਲਾ ਗਿਆ। ਤੋ ਪਿਆਰੇ ਗੁਰੂ ਮੈਂ ਘਰ ਜਾ ਕੇ ਮਾਂ ਬੈਠੀ ਹੈ ਤੇ ਮਾਂ ਲਾਗੇ ਇਹ ਜਾ ਕੇ ਬੈਠਿਆ, ਕਹਿੰਦਾ ਇਹ ਮਾਂ ਤੈਨੂੰ ਪਤਾ ਅੱਜ ਮੈਂ ਗੁਰੂ ਮਹਾਰਾਜ ਜੀ ਕੋ ਗਿਆ ਹੋਇਆ ਸੀ? ਕਹਿੰਦੀ ਹਾਂ ਪੁੱਤ ਮੈਨੂੰ ਪਤਾ ਗਿਆ ਹੋਇਆ ਸੀ। ਮਾਂ ਅੱਜ ਗੱਲ ਹੀ ਕੋਈ ਅਸਰ ਜੀ ਹੋਈ ਹੈ, ਐ ਕੀ ਗੱਲ? ਅੱਜ ਮਹਾਰਾਜ ਨੇ ਮੈਨੂੰ ਬੁਲਾਇਆ ਤੇ ਆਖਣ ਲੱਗਾ ਮੰਗ ਜੋ ਮੰਗਣਾ ਆ। ਤੇ ਮੈਂ ਆਖਿਆ ਮਾਂ ਮੈਂ ਭਲਾ ਕੀ ਮੰਗਾ, ਮੈਨੂੰ ਤਾਂ ਕੁਝ ਮੰਗਣੇ ਨਹੀਂ ਆਇਆ। ਤੇ ਮਾਂ ਤੁਮਨੇ ਦੱਸ ਕੀ ਮੰਗਾ ਮੈਂ? ਮਾਂ ਕਹਿੰਦੀ ਤੈਨੂੰ ਪਤਾ ਤੇ ਹੈਗਾ ਵੀ ਢੇਰ ਦੀ ਗਰੀਬੀ ਤੇ ਚੜੀ ਹੋਈ ਹੈ, ਉਹ ਤੂੰ ਕੋਈ ਪੈਲੀ ਦਾ ਛਿਲੜ ਮੰਗ ਲੈਂਦਾ, ਕੋਈ ਪੈਸਾ ਮੰਗ ਲੈਂਦਾ, ਉਹ ਜਿਹਦੇ ਨਾਲ ਸਾਡੀ ਗਰੀਬੀ ਦੂਰ ਹੋ ਜਾਂਦੀ। ਕਹਿੰਦਾ ਵਾਹ ਭੋਲੀਏ ਮਾਂ, ਇਹ ਚੀਜ਼ਾਂ ਮੰਗਣ ਵਾਲੀਆਂ ਭਲਾ ਗੁਰੂ ਕੋਲੋਂ ਹੈ? ਇਹ ਮੰਗਣ ਜੇ ਉਹਨੂੰ ਨਹੀਂ ਪਤਾ ਵੀ ਕੀ ਚਾਹੀਦਾ ਆ, ਇਹ ਮੰਗਣ ਨਾਲ ਮਿਲਦੀਆਂ ਆ, ਉਹਨੂੰ ਨਹੀਂ ਪਤਾ। ਤੂੰ ਤੇ ਛਦਿਆ ਐਵੇਂ ਛੱਡ ਪਰੇ। ਉਥੋਂ ਉੱਠਿਆ ਤੇ ਆਪਣੀ ਜਨਾਨੀ ਕੋਲ ਆ ਗਿਆ। ਆਖਣ ਲੱਗਾ ਭਗਵਾਨ ਨੇ ਅੱਜ ਮਹਾਰਾਜ ਨੇ ਤੇਰੇ ਨਾਲ ਕਿਹਾ ਆ, ਦੱਸ ਭਲਾ ਕਿਹਾ ਮੈਂ ਕੀ ਮੰਗਾ? ਲੈ ਉਹਨੂੰ ਕੀ ਉਹਨੂੰ ਆ ਗਈ ਗੱਲ ਵੇ ਤੇਰੇ ਜਦੋਂ ਦੀ ਆਈ ਮੈਂ ਤੇ ਕਦੇ ਚੰਗਾ ਕੱਪੜਾ ਨਹੀਂ ਪਾਇਆ, ਮੈਂ ਤੇ ਕੋਈ ਗਹਿਣਾ ਹੜਾ ਕੇ ਦੇਖਿਆ। ਤੂੰ ਮਹਾਰਾਜ ਜੀ ਜੇ ਖੁਸ਼ ਹੋਇਆ ਤੂੰ ਕੱਪੜੇ ਲੀੜੇ ਮੰਗ ਲੈ, ਤੂੰ ਗਹਿਣੇ ਗੱਟੇ ਮੰਗ ਲੈ, ਨਾਲੇ ਗਰੀਬੀ ਚੱਕੀ ਜਾਏਗੀ ਆਪਣੀ। ਉਹ ਕਹਿੰਦਾ ਭੋਲੇ ਤੋਂ ਵੀ ਮਾਂ ਲਿਖਾਈ ਨਿਕਲੀ। ਉਹ ਲਾਗੇ ਕੁੜੀ ਹੀ ਛੋਟੀ 5-7 ਸਾਲ ਦੀ। ਉਹ ਕਹਿੰਦਾ ਇਹ ਵੀ ਮੇਰੀ ਧੀ ਹੈ, ਮੈਂ ਇਹਨੂੰ ਵੀ ਪੁੱਛ ਲਾਵਾਂ। ਕਈ ਵਾਰੀ ਹੁੰਦਾ ਬੱਚੇ ਕੋਲ ਪੁੱਛਣਾ, ਕਈ ਗੱਲ ਦਾ ਪਤਾ ਲੱਗ ਜਾਂਦਾ। ਉਹ ਆਪਣੀ ਮਾਂ ਦੀ ਗੱਲ ਨਾਲ ਵੀ ਸਹਿਮਤ ਨਹੀਂ ਹੋਇਆ, ਘਰ ਵਾਲੀ ਦੀ ਗੱਲ ਨਾਲ ਸਹਿਮਤ ਹੋਇਆ, ਤੇ ਲਾਗੇ ਕੁੜੀ ਖੇਡਣ ਦੀ, ਕੁੜੀ ਨੂੰ ਚੁੱਕ ਕੇ ਆਪਣੀ ਗੋਦ ਚ ਬਿਠਾ ਲਿਆ ਤੇ ਕੁੜੀ ਨੂੰ ਆਖਿਆ ਤੈਨੂੰ ਬਹੁਤ ਪਤਾ ਮੈਂ ਮਹਾਰਾਜ ਕੋਲ ਗਿਆ? ਹਾਂ ਪਾਪਾ ਮੈਨੂੰ ਪਤਾ, ਤੁਸੀਂ ਰੋਜ਼ ਜਾਂਦੇ ਮਹਾਰਾਜ ਜੀ ਕੋਲ ਸੇਵਾ ਕਰਨ ਜਾਂਦੇ ਡੇਰੇ ਤੁਸੀਂ। ਅੱਛਾ ਅੱਜ ਨਾ ਇਸ ਤਰ੍ਹਾਂ ਗੱਲ ਹੋਈ ਹੈ ਤੇ ਭਲਾ ਦੱਸ ਮੈਂ ਮਹਾਰਾਜ ਕੋਲ ਕੀ ਮੰਗਾ? ਮੰਮੀ ਤੇਰੀ ਆਹ ਕਹਿੰਦੀ ਆਹ ਮੰਗ ਲਓ, ਦਾਦੀ ਤੇਰੀ ਆਹ ਕਹਿੰਦੀ ਆ ਮੰਗ ਲਓ, ਹੁਣ ਮੈਂ ਕੀ ਮੰਗਾ ਭਲਾ? ਤੋ ਆਖਣ ਲੱਗੀ ਪਾਪਾ ਜੀ ਤੁਹਾਨੂੰ ਨਾ ਕੁਝ ਵੀ ਮੰਗਣੇ ਆਣਾ, ਤਾਂ ਤੁਸੀਂ ਇਸ ਤਰ੍ਹਾਂ ਕਰਿਓ ਕੱਲ ਤੁਸੀਂ ਮੈਨੂੰ ਗੁਰੂ ਮਹਾਰਾਜ ਕੋਲ ਲੈ ਚਲਿਓ ਤੇ ਮੈਂ ਆਪੇ ਮੰਗ ਲਾਂਗੀ, ਮੈਂ ਆਪੇ ਹੀ ਮੰਗ ਲਾਂਗੀ। ਉਹ ਕਹਿੰਦਾ ਪੁੱਤਰ ਤੂੰ ਤੇ ਮੇਰਾ ਚਿੰਤਾ ਹੀ ਲਾ ਛੜੀ ਹੈ, ਚੱਲ ਤੂੰ ਕੱਲ ਮੇਰੇ ਨਾਲ ਤੇ ਆਪੇ ਹੀ ਮੰਗ ਲਈ, ਹੈ ਨਾ, ਆਪੇ ਹੀ ਮੰਗ ਲਈ ਤੂੰ। ਲਓ ਜੀ ਸਵੇਰੇ ਜੋ ਧੀ ਨੇ ਉੱਠੇ ਇਸ਼ਨਾਨ ਕੀਤਾ, ਜੋ ਮਿਲੀ ਰੋਟੀ, ਕਿਉਂਕਿ ਗਰੀਬੀ ਇੰਨੀ ਸੀ ਕਿ ਲੋਕੀ 3-3 ਵਾਰ ਰੋਟੀ ਖਾਂਦੇ ਆ, ਉਹ ਇੱਕੋ ਵਾਰੀ ਰੋਟੀ ਖਾਂਦੇ ਸੀ ਤੇ ਸਾਰੀ ਦਿਹਾੜੀ ਲੰਘ ਜਾਂਦੀ ਸੀ। ਉਹ ਵੀ ਕਿਸੇ ਨੂੰ ਪੂਰੀ ਰੋਟੀ ਨਹੀਂ ਸੀ ਮਿਲਦੀ, ਕਿਸੇ ਨੂੰ ਅੱਧੀ ਮਿਲ ਗਈ, ਕਿਸੇ ਨੂੰ ਪੂਰੀ ਮਿਲ ਗਈ, ਕਿਸੇ ਨੂੰ ਡੇਢ ਮਿਲ ਗਈ, ਲੇਕਿਨ ਰੱਜ ਕੇ ਰੋਟੀ ਨਹੀਂ ਸੀ ਮਿਲਦੀ ਕਿਸੇ ਨੂੰ, ਇੰਨੀ ਗਰੀਬੀ ਸੀ ਵਿਚਾਰਿਆਂ ਦੇ। ਯਾਰੇ ਗੁਰਮੁਖ ਕਿਆ ਹੋਇਆ, ਸਵੇਰੇ ਉੱਠੇ ਜੋ ਵੀ ਮਿਲਿਆ ਖਾਣ ਨੂੰ ਉਹ ਖਾ ਕੇ ਚਲੇ ਗਏ, ਜਾ ਕੇ ਪਿਓ ਦੀ ਸੇਵਾ ਕਰ ਲਾਤੇ। ਸੇਵਾ ਹੋਈ, ਲੰਗਰ ਪਾਣੀ ਛਕਿਆ, ਸਤਸੰਗ ਹੋਇਆ। ਉਸ ਤੋਂ ਬਾਅਦ ਮਹਾਰਾਜ ਜੀ ਨੂੰ ਉਹਨੇ ਮਿਲ ਚਲੇ ਗਏ। ਤਾਂ ਮਹਾਰਾਜ ਜੀ ਨੇ ਦੂਰੋਂ ਹੀ ਆਵਾਜ਼ ਮਾਰ ਲਈ, ਆ ਜਾਓ ਮੈਂ ਤੁਹਾਨੂੰ ਉਡੀਕ ਰਿਹਾ, ਆ ਜਾਓ। ਤੋ ਆਖਣ ਲੱਗਾ ਮਹਾਰਾਜ ਜੀ ਤੁਸੀਂ ਕੱਲ ਕਿਹਾ ਸੀ ਮੰਗਣ ਵੱਲੋਂ, ਮੈਨੂੰ ਤੇ ਮੰਗਣ ਦੀ ਜਾਚ ਨਹੀਂ ਆਈ, ਤੇ ਘਰ ਮੈਂ ਜਾ ਕੇ ਗੱਲ ਕੀਤੀ ਤੇ ਇਹ ਧੀ ਹੈ ਮੇਰੀ, ਤੇ ਆਖਣ ਲੱਗੀ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ ਤੇ ਨਾਲੇ ਮੈਂ ਆਪੇ ਮੰਗ ਲਾਂਗੀ ਮਹਾਰਾਜ ਜੀ ਕੋ। ਕਹਿੰਦੀ ਬੋਲ ਬੇਟਾ ਬੋਲ। ਤੋ ਕੁੜੀ ਬੜੀ ਪਿਆਰੀ ਜੀ ਲੱਗੇ, ਹੁਣ ਮਾਸੂਮ ਜੀ ਕੁੜੀ ਹੈ, ਛੋਟੀ ਜੀ ਗੱਲਾਂ ਤੋਤਲੇ ਕਰਦੀ ਹੈ, ਤੇ ਸਿਰ ਤੇ ਚੁੰਨੀ ਲੈ ਕੇ ਆਖਣ ਲੱਗੀ ਮਹਾਰਾਜ ਜੀ ਤੁਹਾਡੇ ਚਰਨਾਂ 'ਚ ਨਮਸਕਾਰ ਹੈ। ਤੋ ਮਹਾਰਾਜ ਜੀ ਨੇ ਬੜਾ ਮੁਸਕਰਾਇਆ ਉਹਨਾਂ ਵੱਲ ਦੇਖ ਕੇ, ਆਖਣ ਲੱਗਾ ਪੁੱਤਰ ਮੰਗ ਕੀ ਮੰਗਣਾ ਆ? ਕਹਿੰਦਾ ਮਹਾਰਾਜ ਜੀ ਕੱਲ ਇਸ ਤਰ੍ਹਾਂ ਆ, ਤੁਸੀਂ ਸਾਡੇ ਅਗਲੇ ਪਿੱਛੇ ਜਾਣਦੇ ਹੋ, ਅੰਤਰਜਾਮੀ ਪੁਰਖ ਬਤਾ ਦੇ, ਤੁਸੀਂ ਸਭ ਦੀਆਂ ਜਾਣਦੇ ਹੋ, ਤੇ ਤੁਹਾਨੂੰ ਇਹ ਵੀ ਪਤਾ ਕਿ ਸਾਡਾ ਪਿਛੋਕੜ ਕੀ ਹੈ। ਅਸੀਂ ਮਹਾਰਾਜ ਜੀ ਤੋਂ ਕਿਤੇ ਟਾਈਮ ਰੋਟੀ ਖਾਂਦੇ ਆ, ਹੈਨਾ, ਤੇ ਅਸੀਂ ਇੱਕੋ ਟਾਈਮ ਰੋਟੀ ਮਿਲਦੀ ਹੈ ਤੁਹਾਡੀ ਕਿਰਪਾ ਨਾਲ। ਤੇ ਅਸੀਂ ਜਦੋਂ ਕਿਸੇ ਨੂੰ ਰੱਜ ਕੇ ਨਹੀਂ ਮਿਲਦੀ, ਹੁਣ ਇੱਕ ਰੋਟੀ ਨਾਲ ਥੋੜੀ ਭੁੱਖ ਲੈਂਦੀ ਹੈ, ਕਿਸੇ ਨੂੰ ਡੇਢ ਮਿਲਦੀ, ਕਿਸੇ ਨੂੰ ਅੱਧੀ ਮਿਲ ਜਾਂਦੀ ਹੈ, ਤੇ ਉਹ ਰੱਜ ਤੇ ਨਹੀਂ ਹੁੰਦਾ, ਪਰ ਅਸੀਂ ਖਾ ਕੇ ਮਹਾਰਾਜ ਜੀ ਜਦੋਂ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ, ਦੇਖੋ ਸ਼ੁਕਰਾਨਾ ਕਰਨ ਦੀ ਤਾਕਤ ਕਿੰਨੀ ਹੁੰਦੀ ਹੈ। ਜਦੋਂ ਅਸੀਂ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਅਸੀਂ ਨਮਸਕਾਰ ਕਰਦੇ ਹਾਂ, ਤੁਹਾਡਾ ਸ਼ੁਕਰਾਨਾ ਕਰਦੇ ਹਾਂ, ਇਹ ਗੱਲ ਕਹਿੰਦੇ ਨੇ ਕਿ ਮਹਾਰਾਜ ਜੀ ਤੁਸੀਂ ਸਾਨੂੰ ਬਹੁਤ ਕੁਝ ਦਿੱਤਾ ਆ, ਬਹੁਤ ਕੁਝ ਦਿੱਤਾ ਆ, ਬਹੁਤ ਕੁਝ ਦਿੱਤਾ ਆ। ਅਸੀਂ ਜਦੋਂ ਬਹੁਤ ਬਹੁਤ ਕਹਿੰਦੇ ਆ ਨਾ, ਤੇ ਮਹਾਰਾਜ ਜੀ ਸਾਡਾ ਆਟੋਮੈਟਿਕ ਜਿਹੜਾ ਪੇਟ ਆ ਭਰ ਜਾਂਦਾ ਆ। ਉਹ ਰੋਟੀ ਅੱਧੀ ਖਾਧੀ ਹੁੰਦੀ ਹੈ ਤੇ ਉਹਦਾ ਪਤਾ ਕਿੰਨੀ ਰੋਟੀ ਖਾਧੀ ਆ, ਉਹ ਸਾਰਾ ਦਿਹਾੜੀ ਹੈ ਲੰਘਦਾ, ਭੁੱਖ ਹੀ ਨਹੀਂ ਲੱਗਦੀ। ਕੀ ਕਰਨ ਨਾਲ? ਮਹਾਰਾਜ ਜੀ ਬਹੁਤ ਹੈ, ਬਹੁਤ ਮਹਾਰਾਜ ਜੀ ਬਹੁਤ ਦਿੱਤਾ ਆ, ਬਹੁਤ ਦਿੱਤਾ ਆ। ਇਹ ਬਹੁਤ ਅਸੀਂ ਜਦੋਂ ਤੁਹਾਡਾ ਸ਼ੁਕਰਾਨਾ ਕਰਨੇ ਆ, ਤੇ ਮਹਾਰਾਜ ਜੀ ਤੁਹਾਡੇ ਕੋਲ ਅੱਜ ਜੇ ਤੁਸੀਂ ਟੁੱਟੇ ਹੋ ਤੇ ਸਾਨੂੰ ਕੀ ਦਿਓ? ਇਹ ਜਿਹੜਾ ਅਸੀਂ ਤੇਰਾ ਸ਼ੁਕਰਾਨਾ ਕਰਦੇ ਆ ਨਾ,
ਬੇਸ਼ੱਕ ਭਾਵੇਂ ਤੁਸੀਂ 4 ਦਿਨ ਬਾਅਦ ਸਾਨੂੰ ਰੋਟੀ ਦਿਓ, ਪਰ ਸਾਥੋਂ ਇਹ ਸ਼ੁਕਰਾਨਾ ਨਾ ਕਰੋ। ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਰਹੀਏ। ਇਹ ਸ਼ੁਕਰਾਨਾ ਨਾ ਸਾਡੇ ਕੋਲ ਖੋਇਓ। ਬਾਕੀ ਮਹਾਰਾਜ ਜੀ ਭਾਵੇਂ ਰੋਟੀ ਤੁਸੀਂ 2 ਦਿਨ ਬਾਅਦ ਦਿਓ, ਭਾਵੇਂ 3 ਦਿਨ ਦਿਓ, ਭਾਵੇਂ ਨਾ ਦਿਓ, ਕੋਈ ਗੱਲ ਨਹੀਂ, ਪਰ ਸਾਥੋਂ ਸ਼ੁਕਰਾਨਾ ਨਾ ਖੋਏਗਾ। ਦੇਖੋ ਉਹ ਛੋਟੀ ਜੀ ਬੱਚੀ ਕੀ ਮੰਗਣ ਦੀ ਹੈ ਮਹਾਰਾਜ। ਅੱਜ ਮਹਾਰਾਜ ਦੀ ਅੱਖਾਂ ਵਿੱਚੋਂ ਵੀ ਅਥਰੂ ਆ ਗਏ ਉਸ ਬੱਚੇ ਦੀ ਗੱਲ ਸੁਣ ਕੇ। ਵਾਹ ਪੁੱਤਰਾ, ਇਹੋ ਜਿਹਾ ਤਾਂ ਕਿਸੇ ਨੇ ਅਜੇ ਤੱਕ ਮੰਗਿਆ ਹੀ ਕੱਖ ਨਹੀਂ। ਬੜੀ ਦੁਨੀਆ ਆਈ, ਬੜੀਆਂ ਮੰਗਣ ਵਾਲੇ ਆਏ, ਪਰ ਇਹੋ ਜੀ ਮੰਗ ਨਹੀਂ ਕਿਸੇ ਨੇ ਰੱਖੀ। ਜਾ ਪੁੱਤਰਾ, ਇਸ ਤਰ੍ਹਾਂ ਅੱਜ ਟੁੱਟ ਗਏ ਖੁਸ਼ੀ ਚ ਆ ਗਏ। ਸਤਿਗੁਰੂ ਮਹਾਰਾਜ ਕਹਿੰਦੇ ਜਾ ਪੁੱਤਰ ਜਾ, ਤੇਰਾ ਘਰ ਛਾਵਾਂ ਵਾਲਾ ਘਰ ਖਵਾਏਗਾ। ਤੇਰੇ ਘਰੋਂ ਕੋਈ ਭੁੱਖਾ ਨਹੀਂ ਜਾਏਗਾ, ਤੇਰੇ ਘਰੋਂ ਕੋਈ ਪਿਆਸਾ ਨਹੀਂ ਜਾਏਗਾ, ਤੇਰੇ ਘਰੋਂ ਕੋਈ ਪੈਸਾ ਲੈ ਬਗੈਰ ਨਹੀਂ ਜਾਏਗਾ, ਦਕਸ਼ਨਾ ਲੈ ਬਗੈਰ ਨਹੀਂ ਜਾਏਗਾ। ਜਾ ਤੈਨੂੰ ਦਾਤਾ ਬਖਸ਼ੀਆਂ। ਅੱਜ ਪਿਆਰੇ ਉਸ ਸਤਿਗੁਰ ਦੇ ਬਾਗ ਪੂਰੇ ਹੋਏ। ਉਸ ਸਤਿਗੁਰ ਦੇ ਘਰ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਕੋਈ ਕਾਰੋਬਾਰ ਕੀਤਾ, ਕਾਰੋਬਾਰ ਇੰਨਾ ਵਧਿਆ, ਇੰਨਾ ਵਧਿਆ, ਇੰਨਾ ਅਮੀਰ ਘਰ ਹੋ ਗਿਆ। ਪਿਆਰੇ ਗੁਰਮਖੋ, ਜੇ ਪਿੰਡ 'ਚ ਕਿਸੇ ਦੇ ਭੁੱਖੇ ਪਿਆਸੇ ਨੇ ਆਣਾ ਤੇ ਮੰਗਣਾ ਤੇ ਆਖਣਾ ਉਹ ਫਲਾਣੇ ਘਰ ਚੱਲ ਜਾ, ਸ਼ਾਨਵਾ ਘਰ ਖਾਵਾਂ ਦਾ ਘਰ, ਉੱਥੇ ਤੈਨੂੰ ਰੋਟੀ ਮਿਲੇਗੀ, ਪਾਣੀ ਮਿਲੇਗਾ, ਤੈਨੂੰ ਦਕਸ਼ਨਾ ਵੀ ਮਿਲੇਗੀ। ਇੰਨਾ ਘਰ ਹੋ ਗਿਆ। ਲੰਗਰ ਲੱਗਣੇ ਸ਼ੁਰੂ ਹੋ ਗਏ ਉਹਨਾਂ ਦੇ ਘਰਾਂ ਵਿੱਚ। ਇਹਦੇ ਇੱਕ ਸਤਿਗੁਰੂ ਤੁਰਥੇ ਦੇ ਸਭ ਕੁਝ ਪਾਈਓ, ਇੱਕ ਸ਼ੁਕਰਾਨਾ ਕਰਦਾ ਕਿ ਮਹਾਰਾਜ ਬੜਾ ਕੁਛ ਦਿੱਤਾ, ਬੜਾ ਕੁਛ ਦਿੱਤਾ, ਬੜਾ ਕੁਛ ਦਿੱਤਾ। ਇਸ ਕਰਕੇ ਸਾਨੂੰ ਜੋ ਕੁਝ ਵੀ ਮਿਲਿਆ ਪਰਮਾਤਮਾ ਦੇ ਕੋਲੋਂ ਬਹੁਤ ਕੁਝ ਮਿਲਿਆ। ਕਦੀ ਇਹ ਨਹੀਂ ਕਹਿਣਾ ਕਿ ਮੈਨੂੰ ਕੱਖ ਨਹੀਂ ਮਿਲਿਆ, ਮੈਨੂੰ ਕੱਖ ਨਹੀਂ ਮਿਲਿਆ, ਮੈਨੂੰ ਕੱਖ ਨਹੀਂ ਮਿਲਿਆ। ਮਹਾਰਾਜ ਜੀ ਕਹਿੰਦੇ ਇਹ ਗੱਲ ਨਹੀਂ ਕਹਿਣੀ ਚਾਹੀਦੀ, ਕੱਖ ਕਿਸੇ ਦਿਨ ਕੱਖ ਵੀ ਨਹੀਂ ਰਹਿੰਦਾ। ਇਹ ਸਤਸੰਗ ਦੇ ਵਿੱਚ ਸਤਿਗੁਰ ਦੇ ਬਚਨ ਜੋ ਪਿਆਰੇ ਗੁਰਮੁਖੋ ਉਚਾਰੇ ਜਾਂਦੇ ਨੇ, ਇਨਸਾਨ ਦੇ ਅੰਦਰ ਸਬਰ ਔਰ ਸੰਤੋਖ ਦਾ ਬੀਜ ਬੀਜਦੇ ਨੇ। ਔਰ ਜਦੋਂ ਬੀਜ ਉੱਪਰ ਉੱਠਦਾ ਹੈ ਉਹਦਾ ਫਲ ਲੱਗਦਾ ਹੈ ਪਿਆਰੇ ਗੁਰਮੁਖੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੁੱਖ ਨਿਆਮਤਾਂ ਮਿਲਦੀਆਂ ਨੇ ਜਿਹਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ, ਜੇ ਕੋ ਲੋੜੇ ਪਰਮ ਸੁਖ ਦਿਲ ਰਾਖੇ ਸੰਤੋਖ, ਰਵਿਦਾਸ ਜਹਾਂ ਸੰਤੋਖ ਹੈ ਬਾਹਾਂ ਨਾ ਲਾਗੇ ਦੋਗ। ਜਿਨ੍ਹਾਂ ਦਿਲਾਂ ਦੇ ਵਿੱਚ ਸਬਰ ਸੰਤੋਖ ਆ ਜਾਂਦਾ ਹੈ ਉਹਨਾਂ ਨੂੰ ਕਦੇ ਵੀ ਦੁੱਖ ਸੰਤਾਪ ਨਹੀਂ ਸਤਾਉਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਬਰ ਔਰ ਸੰਤੋਖ ਚ ਰਹਿਣ, ਸਤਿਗੁਰ ਦੀ ਆਗਿਆ ਵਿੱਚ ਰਹਿਣਾ, ਸਤਿਗੁਰ ਦੇ ਹੁਕਮ ਵਿੱਚ ਰਹਿ ਕਰਕੇ ਅਸੀਂ ਪ੍ਰਮਾਤਮਾ ਦਾ ਸਿਮਰਨ ਭਜਨ ਕਰਾਂਗੇ ਤਾਂ ਸਾਡਾ ਸਤਿਗੁਰ ਸਾਡੇ ਤੇ ਮਿਹਰਾਂ ਬਰਕਤਾਂ ਵਰਸਾਏਗਾ, ਜਿਸ ਦਾ ਅਸੀਂ ਆਨੰਦ ਲਵਾਂਗੇ। ਇਹ ਆਨੰਦ ਦਾ ਜੀਵਨ ਪਿਆਰੇ ਗੁਰਮਖੋ ਹਰ ਇੱਕ ਨੂੰ ਨਹੀਂ ਮਿਲਦਾ। ਨਹੀਂ ਤਾਂ ਦੁਨੀਆ ਤੜਫਦੀ ਚਲੇ ਜਾਂਦੀ ਹੈ, ਰੋਂਦੀ ਚਲੇ ਜਾਂਦੀ ਹੈ, ਵਿਆਕੁਲ ਦੀ ਚਲੀ ਜਾਂਦੀ ਹੈ। ਇੱਕ ਸੁਖਮਈ ਜੀਵਨ ਜਿਹੜਾ ਉਹ ਸਤ ਕਹਿੰਦਾ ਹੈ ਤੇ ਸਕੂਨ ਪ੍ਰਾਪਤ ਕਰਦਾ ਹੈ। ਔਰ ਇਹ ਕਹਿੰਦਾ ਕਿ ਮੈਨੂੰ ਮਿਲੇਗਾ ਕੁਝ। ਅੱਜ ਮੈਨੂੰ ਪਿਓ ਨੇ ਗੋਦ ਵਿੱਚ ਪਾਇਆ, ਮੈਨੂੰ ਮਿਲੇਗਾ ਅੱਜ। ਸ਼ਾਮ ਨੂੰ ਜਦੋਂ ਪਿਓ ਘਰ ਆਉਂਦਾ ਬੱਚੇ ਨੂੰ ਆਪਣੀ ਗੋਦ ਵਿੱਚ ਉਹਦੇ ਲਈ ਕੁਝ ਲਿਆਇਆ ਖਾਣ ਨੂੰ। ਇਸ ਤਰ੍ਹਾਂ ਤਾਂ ਨਹੀਂ ਬਿਠਾਉਂਦਾ ਗੋਦ, ਉਹਦੇ ਲਈ ਲਿਆਇਆ ਕੁਝ। ਮਾਂ ਜਦੋਂ ਆਪਣੇ ਬੱਚੇ ਨੂੰ ਗੋਦ 'ਚ ਬਿਠਾਉਂਦੀ ਹੈ ਜਾਂ ਦੁੱਧ ਦੇਣ ਵਾਸਤੇ ਜਾਂ ਕੋਈ ਹੋਰ ਚੀਜ਼ ਖਾਣ ਵਾਸਤੇ, ਜਦੋਂ ਵੀ ਗੋਦ, ਇਹ ਸਤਸੰਗ ਕੀ ਹੈ, ਮਾਂ ਦੀ ਗੋਦ ਵੀ ਹੈ ਔਰ ਪਿਤਾ ਦੀ ਗੋਦ ਵੀ ਹੈ। ਅੱਜ ਜੇ ਤੁਸੀਂ ਗੋਦ ਵਿੱਚ ਬੈਠੇ ਹੋ ਤਾਂ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਪ੍ਰਾਪਤੀ ਹੋਵੇਗੀ। ਚਾਹੇ ਤੁਹਾਨੂੰ ਭਜਨ ਦੀ ਪ੍ਰਾਪਤੀ ਹੋਵੇਗੀ, ਤੁਹਾਨੂੰ ਸਿਮਰਨ ਦੀ ਪ੍ਰਾਪਤੀ ਹੋਵੇਗੀ, ਤੁਹਾਨੂੰ ਵਿਸ਼ਵਾਸ ਔਰ ਪ੍ਰੇਮ ਤੁਹਾਡਾ ਸਤਿਗੁਰ ਦੇ ਪ੍ਰਤੀ ਵਧੇਗਾ, ਤੁਹਾਡਾ ਆਸਥਾ ਜਿਹੜੀ ਹੈ ਸਤਸੰਗ ਦੇ ਪ੍ਰਤੀ ਵਧੇਗੀ ਕਿ ਮੈਂ ਅੱਜ ਸੰਕਲਪ ਕਰਦੀ ਹਾਂ ਰੂਹ ਕਿ ਮੈਂ ਅੱਜ ਤੋਂ ਬਾਅਦ ਸਤਸੰਗ ਦੀ ਘੜੀ ਨਹੀਂ ਗਵਾਵਾਂਗੀ। ਜਿੱਥੇ ਵੀ ਕਿਤੇ ਮੈਨੂੰ ਸਤਸੰਗ ਮਿਲੇਗਾ, ਚਾਹੇ ਕਿਸੇ ਵੀ ਸੰਤ ਪੰਥ ਸਤਸੰਗ ਹੈ, ਮੈਂ ਉੱਥੇ ਜਾ ਕਰਕੇ ਹਾਜ਼ਰੀ ਕਰਾਂਗੀ ਔਰ ਸਤਿਗੁਰ ਪਾਸੋਂ ਕੁਝ ਨਾ ਕੁਝ ਪ੍ਰਾਪਤ ਜ਼ਰੂਰ ਕਰਾਂਗੀ। ਜੋ ਸਤਿਗੁਰ ਦੇ ਬਚਨ ਸਾਨੂੰ ਆਨੰਦਮਈ ਪ੍ਰਾਪਤ ਹੋ ਜਾਂਦੇ ਨੇ, ਇਹ ਸਾਡੇ ਜੀਵਨ ਵਿੱਚ ਬਹਾਰ ਲਿਆਉਂਦੇ ਨੇ, ਸਾਡੇ ਜੀਵਨ ਨੂੰ ਖੁਸ਼ਬੂ ਕਰਦੇ ਨੇ, ਆਨੰਦਮਈ ਕਰਦੇ ਨੇ, ਮਹਿਕਦਾਰ ਕਰਦੇ ਨੇ ਪਿਆਰੇ ਗੁਰਮਖੋ। ਔਰ ਇਹੀ ਹੈ ਸਾਡਾ ਜੀਵਨ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਿਤ ਕਰਨ ਦਾ ਜੋ ਨਤੀਜਾ ਹੈ ਉਹ ਇਹੋ ਹੀ ਹੁੰਦਾ ਹੈ ਕਿ ਸਾਡੇ ਅੰਦਰ ਸਬਰ ਔਰ ਸੰਤੋਖ ਜਨਮ ਲੈਂਦੇ ਨੇ, ਜਿੱਥੇ ਸਾਡਾ ਜੀਵਨ ਜਿਹੜਾ ਸੁਖਮਈ ਬਣ ਜਾਂਦਾ ਹੈ। ਹਾਂਜੀ, ਭਾਗ ਚੰਗੇਰੇ ਮਾਨਸਾ ਸਾਧ ਸੰਗਤ ਕਰ ਦਰਸ਼, ਭਾਗਹੀਨ ਸਾਧ ਸੰਗਤ ਗੁਰ ਪਾਰਸੇ, ਜਿਉ ਤਾਂਬੇਸ਼ਾ ਪੁਰਸ਼। ਭਾਗ ਚੰਗੇਰੇ ਮਾਨਸਾ ਸਾਧ ਸੰਗਤ ਕਰ ਦਰਸ਼, ਸਾਧ ਸੰਗਤ ਗੁਰ ਪਾਰਸੇ, ਜਿਉ ਤਾਂਬੇਸ਼ ਪੁਰਸ਼। ਸਤਿਗੁਰ ਆਪਣੀ ਬਾਣੀ ਦੇ ਵਿੱਚ ਸਾਨੂੰ ਦੇਖੋ ਕਿੰਨਾ ਸੋਹਣਾ ਉਪਦੇਸ਼ ਦੇ ਰਹੇ। ਉਹ ਚਾਹੁੰਦੇ ਨੇ ਕਿ ਤੂੰ ਸਤਸੰਗ ਦੇ ਦਰਸ਼ਨ ਕਰੇ, ਉਹ ਚਾਹੁੰਦੇ ਨੇ ਕਿ ਤੇਰਾ ਤਾਂਬੀ ਰੂਪੀ ਸਰੀਰ ਜਿਹੜਾ ਸੋਨੇ ਰੂਪੀ ਹੋ ਜਾਏ।
ਤਾਂਬਾ ਜਿਹੜਾ ਸੋਨੇ ਨਾਲ ਲੱਗ ਕੇ ਪਾਰਸ ਨਾਲ ਲੱਗ ਕੇ ਸੋਨਾ ਹੋ ਜਾਂਦਾ ਆ, ਲੋਹਾ ਪਾਰਸ ਨਾਲ ਲੱਗ ਕੇ ਸੋਨਾ ਹੋ ਜਾਂਦਾ, ਤਾਂ ਹੋਰ ਵੀ ਧਾਤਾਂ ਜਿੰਨੀਆਂ ਹਨ ਸਾਰੀਆਂ ਸੋਨੇ ਵਿੱਚ ਬਦਲ ਜਾਂਦੀਆਂ ਨੇ। ਇਹ ਸਤਸੰਗ ਰੂਪੀ ਪਾਰਸ ਜਦੋਂ ਰੂਹਾਂ ਆ ਕਰਕੇ ਬਹਿੰਦੀਆਂ ਨੇ, ਸਤਸੰਗ ਰੂਪੀ ਪਾਰਸ ਦੇ ਨਾਲ ਆਪਣਾ ਧਿਆਨ ਜੋੜਦੀਆਂ ਨੇ, ਦਰਸ਼ਨ ਕਰਦੀਆਂ ਨੇ, ਤੇ ਕਹਿੰਦੇ ਨੇ ਉਹਨਾਂ ਦੇ ਵਿਚਾਰ ਸੋਨੇ ਵਰਗੇ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਗ ਚੰਗੇੜੇ ਮਾਨਸਾ, ਇਹ ਭਾਗ ਚੰਗਿਆਂ ਦੀ ਨਿਸ਼ਾਨੀ ਹੈ ਜੋ ਆਪ ਸੰਗਤ 'ਚ ਬੈਠੇ ਹੋ, ਸੰਗਤ ਵਿੱਚ ਵਿਰਾਜਮਾਨ ਹੋ ਕਰਕੇ ਸਤਿਗੁਰੂ ਦੇ ਚਰਨਾਂ ਦੀ ਓਟ ਲੈ ਕੇ ਬੈਠੇ ਹੋ। ਇਹ ਸਾਰਾ ਦਾ ਸਾਰਾ ਸਾਡੇ ਜੀਵਨ ਤੇ ਐਸਾ ਹਾਸਲ ਹੁੰਦਾ ਪਿਆਰੇ ਗੁਰਮੁਖੋ, ਵਰਨਾ ਇਸ ਜੀਵਨ ਦੇ ਵਿੱਚ ਸਿਵਾਏ ਦੁੱਖ ਦੇ ਹੋਰ ਕੁਝ ਵੀ ਨਹੀਂ, ਕੁਝ ਵੀ ਨਹੀਂ ਹੈ। ਇੱਕ ਇਨਸਾਨ ਦੁਨੀਆ ਤੇ ਜਾਂਦਾ ਹੈ, ਆਪਣਾ ਜੀਵਨ ਚਲਾਉਂਦਾ ਹੈ, ਉਹ ਸਤਸੰਗ ਵੀ ਜਾਂਦਾ ਹੈ, ਰਿਸ਼ਤੇਦਾਰਾਂ ਦੇ ਵੀ ਜਾਂਦਾ ਹੈ। ਅਚਾਨਕ ਇੱਕ ਐਸਾ ਐਕਸੀਡੈਂਟ ਆ ਜਾਂਦਾ ਵਿੱਚ ਕਿ ਉਹ ਘਰ ਬਹਿ ਜਾਂਦਾ ਹੈ, ਉਹ ਕਿਤੇ ਆ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ। ਉਹ ਕੀ ਹੋਇਆ ਪਿਆਰੇ ਗੁਰਮੁਖੋ, ਇਸੇ ਤਰ੍ਹਾਂ ਇੱਕ ਵਿਅਕਤੀ ਦੀ ਗੱਲ ਹੈ, ਮੈਂ ਕਈ ਵਾਰ ਸਤਸੰਗ ਸੁਣਾਈ ਹੈ। ਬੰਦਾ ਬੜੀ ਮौज ਕਰਦਾ ਹੈ, ਆਪਣੇ ਆਂਦਾ ਜਾਂਦਾ ਹੈ, ਅਚਾਨਕ ਕਿਤੇ ਕਰਮਾਂ ਦਾ ਫੇਰ ਪੈ ਗਿਆ, ਕਰਮਾਂ ਦਾ ਫੇਰ ਪੈ ਗਿਆ, ਲੱਤ ਤੇ ਸੱਟ ਲੱਗ ਗਈ, ਔਰ ਵਿਚਾਰਾ ਮੰਜੀ ਤੇ ਪੈ ਗਿਆ। ਜਦੋਂ ਮੰਜੀ ਤੇ ਪੈ ਗਿਆ ਤੇ ਯਾਦ ਕਰਦਾ, ਮੈਂ ਸਤਸੰਗ ਜਾਇਆ ਕਰਦਾ ਸੀ, ਫਲਾਣੀ ਜਗ੍ਹਾ ਜਾਇਆ ਕਰਦਾ ਸੀ, ਸੰਗਤ ਦੇ ਦਰਸ਼ਨ ਕਰਦਾ ਸੀ, ਹੁਣ ਮੈਨੂੰ ਕੌਣ ਲਿਜਾਏਗਾ, ਹੁਣ ਮੈਨੂੰ ਕੌਣ ਲਿਜਾਏਗਾ। ਇਹ ਮਨ ਚ ਉਹਦੇ ਬੜਾ ਸੰਤਾਪ ਜਿਹਾ ਇੱਕ ਦੁੱਖ ਲੱਗ ਗਿਆ, ਔਰ ਮੰਜੇ ਤੇ ਆਪਣਾ ਜੀਵਨ ਜਿਹੜਾ ਉਹ ਬਸਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਉਹਦੀ ਕੁੜੀ ਸੀ, ਉਹ ਜੌਬ ਕਰਦੀ ਸੀ, ਹੋਰ ਕੋਈ ਧੀ ਪੁੱਤ ਨਹੀਂ ਸੀ ਉਹਦਾ। ਮਾਂ ਦਾ ਖਿਆਲ ਰੱਖਦੀ, ਸਵੇਰੇ ਉਹਨੂੰ ਰੋਟੀ ਪਾਣੀ ਦੇ ਜਾਂਦੀ ਬਣਾ ਕੇ ਆਪਣੇ ਪਿਤਾ ਨੂੰ, तो वो चल जाती ऑफिस, फिर शाम को आती, फिर रोटी पानी जो भी अग ला के रखती। एक दिन ਉਹਦਾ ਰਿਸ਼ਤੇਦਾਰ ਉਹਨੂੰ ਮਿਲਣ ਆਇਆ, ਜੋ ਇਕੱਠੇ ਕਿਤੇ ਸਤਸੰਗ 'ਚ ਜਾਇਆ ਕਰਦੇ ਸਨ। ਉਹ ਆਪਸ ਵਿੱਚ ਵਿਚਾਰ ਕਰਦੇ ਨੇ ਕਿ ਉਹ ਦਿਨ ਚੰਗੇ ਹੁੰਦੇ ਸੀ ਜਦੋਂ ਕਿਤੇ ਸਤਸੰਗ 'ਚ ਜਾਂਦੇ ਰਹੇ ਆ, ਬੜਾ ਮਜ਼ਾ ਆਉਂਦਾ ਰਿਹਾ। ਹੁਣ ਇਹੋ ਕੋ ਕਰਨ ਦਾ ਦੁੱਖ ਲੱਗ ਗਿਆ ਹੈ ਕਿ ਅਸੀਂ ਕਿਤੇ ਜਾ ਹੀ ਨਹੀਂ ਸਕਦੇ, ਕੋਈ ਕੌਣ ਲੈ ਕੇ ਜਾਏ, ਕੌਣ ਲੈਂਦਾ ਆ, ਕੋਈ ਵੀ ਨਹੀਂ ਕਰਦਾ, ਕਿਹਨੇ ਕਰਨਾ ਹੁੰਦਾ ਹੈ। ਇੱਥੇ ਆਪਣਾ ਨਹੀਂ ਸਾਡਾ ਦੂਰ ਦਾ ਕੌਣ ਕਰੇ। ਉਹ ਦੂਜਾ ਨਾ ਕਹਿੰਦਾ, ਲੈ ਕਮਾਲ ਦੀ ਗੱਲ ਹੈ, ਤੁਸੀਂ ਗੁਰਮੁਖ ਬੰਦੇ ਹੋ ਗਏ, ਐਵੇਂ ਤੁਸੀਂ ਕਹਿੰਦਾ ਪਛਤਾਵਾ ਲਾ ਰੱਖਿਆ ਆ। ਕਹਿੰਦਾ ਸ਼ਾਸਤਰ 'ਚ ਜਾਣ ਦੀ ਕੀ ਲੋੜ ਆ, ਤੁਹਾਨੂੰ ਜਿਹੜਾ ਭਜਨ ਗੁਰੂ ਮਹਾਰਾਜ ਦਿੱਤਾ ਆ ਉਹਨੂੰ ਯਾਦ ਕਰੋ। ਕਹਿੰਦਾ ਯਾਦ ਵੀ ਤੇ ਬਥੇਰਾ ਕਰਦੇ ਆ। ਕਹਿੰਦਾ ਮੈਂ ਤੁਹਾਨੂੰ ਤਰੀਕਾ ਦੱਸ ਦੇਣਾ, ਗੁਰੂ ਮਹਾਰਾਜ ਜਿਹੜੇ ਪੂਰੇ ਹੁੰਦੇ ਨੇ ਉਹ ਕੋਲ ਹੀ ਹੁੰਦੇ ਨੇ। ਕਹਿੰਦਾ ਜੀ ਉਹ ਕਿੱਦਾਂ? ਕਹਿੰਦਾ ਇਹ ਕੁਰਸੀ ਪਈ ਹੈ ਨਾ ਜਿਹੜੀ, ਕਹਿੰਦੇ ਆਹੋ ਇਹ ਕੁਰਸੀ ਪਈ ਦੀ ਲਾਗੇ। ਕਹਿੰਦਾ ਇਹ ਕੁਰਸੀ ਪਈ ਹੈ ਤੇ ਬਸ ਹੁਣ ਤੂੰ ਆਪਣੀ ਇੱਕ ਨਿਗਾਹ ਰੱਖਣੀ ਹੈ ਕਿ ਮੇਰਾ ਮਹਾਰਾਜ ਮੇਰੀ ਕੁਰਸੀ ਤੇ ਕੁਰਸੀ ਬੈਠਾ ਹੈ, ਬਸ ਹੋਰ ਕੁਛ ਨਹੀਂ। ਨਾਮ ਜਪੀ ਜਾਣਾ, ਨਾਮ ਜਪੀ ਜਾਣਾ ਤੇ ਮਨ 'ਚ ਇਹ ਬਣਾ ਲੈਣੀ ਸੋਚ ਕਿ ਗੁਰੂ ਮਹਾਰਾਜ ਦੀ ਕੁਰਸੀ ਤੇ ਬੈਠੇ ਦੇ ਰਿਹਾ, ਤੇ ਕੁਰਸੀ ਨਾਲ ਗੱਲਾਂ ਕਰੀ ਜਾ, ਆਪਣਾ ਦੁੱਖ ਸੁੱਖ ਦਾ ਤੇਰੇ ਕੋ ਕੋਈ ਆ ਕੇ ਬਹਿੰਦਾ ਨਹੀਂ, ਬਹਿੰਦਾ ਧੀ ਪੁੱਤਰਾਂ ਦਾ ਨਹੀਂ ਆਉਂਦਾ, ਕੋਈ ਗੱਲ ਨਹੀਂ, ਪਰ ਤੂੰ ਆਪਣੇ ਮਹਾਰਾਜ ਦੇ ਕੁਰਸੀ ਤੇ ਸਮਝ ਮੇਰਾ ਮਹਾਰਾਜ ਕੁਰਸੀ ਤੇ ਬੈਠਾ ਹੈ, ਔਰ ਤੂੰ ਗੱਲਾਂ ਕਰੀ ਜਾ, ਆਪਣੇ ਦੁੱਖ ਸੁੱਖ ਜੋ ਹੈ ਬੋਲ ਬੋਲ। ਉਹਦੇ ਗੱਲ ਨਾਲ ਥੋੜੀ ਸਮਝ ਆ, ਜਦੋਂ ਗੱਲ ਸਮਝ ਚ ਪਿਆਰੀ ਸਾਧ ਸੰਗਤ ਜੀ ਆ ਗਈ, ਕੁੜੀ ਨੂੰ ਨਹੀਂ ਦੱਸਿਆ, ਕੁੜੀ ਨੂੰ ਨਹੀਂ ਦੱਸਿਆ। ਕੁੜੀ ਨੂੰ ਜਿੱਲੇ ਰੋਟੀ ਪਾਣੀ ਖਾ ਕੇ ਚੱਲ ਜਾਣਾ ਆਫਿਸ, ਫਿਰ ਹੁਣ ਰੋ ਰੋ ਕੇ ਗੱਲਾਂ ਕਰਨੀਆਂ, ਮਹਾਰਾਜ ਜੀ ਮੈਨੂੰ ਬਖਸ਼ ਲਓ, ਮੈਂ ਕੋਈ ਐਸਾ ਕਰਮ ਕਰ ਬੈਠਾ, ਮੇਰੇ ਨਾਲ ਕੀ ਹੋ ਗਿਆ ਮਹਾਰਾਜ ਜੀ, ਅਗਰ ਹੋ ਗਿਆ ਤਾਂ ਮੈਨੂੰ क्षमा ਕਰੋ, ਮੈਂ ਕਦੀ ਵੀ ਤੁਹਾਨੂੰ ਜੁਦਾ ਨਹੀਂ ਮਹਾਰਾਜ, ਮੈਂ ਹਮੇਸ਼ਾ ਤੁਹਾਨੂੰ ਯਾਦ ਕਰਦਾ। ਸੱਚੇ ਪਾਤਸ਼ਾਹ ਰੋ ਰੋ ਕੇ ਗੱਲਾਂ ਕਰ, ਰੋ ਰੋ ਕੇ ਗੱਲਾਂ ਕਰ, ਜਿੰਨੇ ਅਥਰੂ ਬਹਾਨੇ ਆ ਬਾ। ਅੱਜ ਉਹ ਇਸ ਤਰ੍ਹਾਂ ਅਨੁਭਵ ਹੋਇਆ ਕਿ ਮਹਾਰਾਜ ਮੇਰੇ ਅੱਜ ਰੋ ਰੋ ਕੇ ਗੱਲਾਂ ਕਰਦੀ ਹੈ, ਰੋ ਰੋ ਕੇ ਗੱਲਾਂ ਕਰਦਾ ਹੈ। ਔਰ ਇੱਕ ਦਿਨ ਐਸਾ ਆ ਗਿਆ ਕਿ ਉਹਨੂੰ ਮਹਾਰਾਜ ਕੁਰਸੀ ਤੇ ਪ੍ਰਤੱਖ ਦਿਖਣੇ ਸ਼ੁਰੂ ਹੋ ਗਏ। ਜਦੋਂ ਪ੍ਰਤੱਖ ਦਿਖਣੇ ਸ਼ੁਰੂ ਹੋ ਗਏ ਫਿਰ ਖੁਸ਼ ਹੋ ਗਈ, ਕਹਿੰਦਾ ਹੁਣ ਨਹੀਂ ਮੈਨੂੰ ਪਰਵਾਹ। ਕਿਉਂ?
ਮੇਰਾ ਤੇ ਮਹਾਰਾਜ ਮੇਰੇ ਕੋਲ, ਬੇਟਾ ਮੈਨੂੰ ਕੀ ਲੋੜ ਆ ਹੈ, ਮੈਂ ਦੁਨੀਆ ਨੂੰ ਕੀ ਕਰਾਂ, ਮੈਂ ਧੀਆਂ ਪੁੱਤਰਾਂ ਨੂੰ ਕੀ ਕਰਾਂ, ਮੇਰਾ ਤੇ ਮਹਾਰਾਜ ਜੀ ਆ ਗਿਆ ਆ। ਲਓ ਜੀ, ਹੁਣ ਮਹਾਰਾਜ ਦੀ ਅੱਜ ਧੀ ਵੀ ਦੇਖਦੀ ਹੈ, ਪਹਿਲਾਂ ਮੇਰੇ ਪਿਓ ਦਾ ਚਿਹਰਾ ਵੀ ਉਸ ਭਰਿਆ ਸੀ, ਅੱਜ ਮੇਰੇ ਪਿਓ ਦੇ ਜਿਹੜੇ ਤੇ ਰੰਗਤ ਆਣੀ ਸ਼ੁਰੂ ਹੋ ਗਈ ਹੈ, ਲਾਲ ਲਾਲ ਲੱਭਣ ਡਿਆ, ਐਸਾ ਨੂਰ ਚੜਿਆ ਹੈ, ਗੱਲਾਂ ਬਾਤਾਂ ਕਰਦੀ ਹੈ। ਅੱਗੇ ਪੁੱਛਣਾ ਪਾਪਾ ਕੀ ਹਾਲ ਆ, ਤੇ ਕਹਿੰਦਾ ਧੀਏ ਮਾੜਾ ਹੀ ਹੈ, ਤੇ ਹੁਣ ਉਸ ਤੋਂ ਬਾਅਦ ਕਹਿੰਦਾ ਨਹੀਂ ਧੀਏ ਮੈਂ ਬਹੁਤ ਚੰਗਾ ਆ, ਮੈਂ ਵਧੀਆ ਆ, ਪਰ ਵਿਚਲੀ ਗੱਲ ਨਹੀਂ ਦੱਸਣੀ ਕਿ ਮੇਰਾ ਮਹਾਰਾਜ ਤੇਰੇ ਕੋਲ ਬੈਠਾ ਹੈ। ਤੋ ਪਿਆਰੇ ਕੋਈ ਵਕਤ, ਲੇਕਿਨ ਧੀ ਨੂੰ ਦੁੱਖ ਹੈ ਕਿ ਮੇਰਾ ਪਿਓ ਵਿਚਾਰਾ ਇਕੱਲਾ ਹੈ, ਬੈਠਾ ਰਹਿੰਦਾ ਹੈ, ਕੀ ਕਰਾਂ। ਇੱਕ ਦਿਨ ਉਹਨਾਂ ਸੰਤ ਆਏ, ਉਹ ਪਿੰਡ ਵਿੱਚ ਸੰਤ ਆਏ, ਤੋ ਉਹਨਾਂ ਨੇ ਬਾਹਰ ਡੇਰਾ ਲਾਇਆ। ਤੋ ਇਹ ਧੀ ਜਿਹੜੀ ਹੈ, ਕੁੜੀ ਜਿਹੜੀ ਹੈ, ਉਹ ਸੰਤਾਂ ਦੇ ਕੋਲ ਚਲੀ ਗਈ, ਆਖਣ ਲੱਗੀ ਮਹਾਰਾਜ ਕਿਤੇ ਸਾਡੇ ਘਰ ਚਰਨ ਪਾਇਓ, ਸਾਡੇ ਪਿਤਾ ਹੋਏ ਇਸ ਤਰ੍ਹਾਂ ਤਰ੍ਹਾਂ ਆ। ਚਲੋ ਸੰਤਾਂ ਦੇ ਬੜੇ ਪਿਆਰੇ ਸਨ, ਮਤਲਬ ਉਹ ਬੜਾ ਪਿਆਰ ਕਰਦਾ, ਤੁਸੀਂ ਵੀ ਕਿਤੇ ਉਹ ਤੇ ਨਹੀਂ ਆ ਸਕਦੇ, ਤੁਸੀਂ ਆਇਓ ਕਿਤੇ। ਕਹਿੰਦਾ ਪੁੱਤਰ ਕਿਤੇ ਟਾਈਮ ਲੱਗਾ ਤੇ ਆਵਾਂਗੇ। ਉਹ ਪਿੱਛੋਂ ਕਿਤੇ ਧੀ ਗਈ ਹੋਈ, ਉਹ ਪਿੱਛੋਂ ਕਿਤੇ ਮੌਕਾ ਲੱਗਿਆ, 2-4-5 ਦਿਨ ਬਾਅਦ ਉਹ ਗਈ। ਚਲੋ ਗਏ ਤੇ ਉਹ ਦਰਵਾਜ਼ਾ ਭਿੜਿਆ ਤੇ ਖੋਲਿਆ, ਉਹੀ ਕੁਰਸੀ ਪਈ ਆ ਉੱਥੇ। ਉਹ ਸੰਤ ਨੇ ਸਮਝਿਆ ਵੀ ਕੁਰਸੀ ਮੇਰੇ ਵਾਸਤੇ ਲਾਈ ਹੈ, ਉਹਦਾ ਮੇਰਾ ਧੀ ਨੇ ਦੱਸਿਆ ਹੋਗਾ ਪਿਓ ਨੂੰ ਤੇ ਉਹਨਾਂ ਨੇ ਆਣਾ ਹੈ, ਤੇ ਇਹ ਕੁਰਸੀ ਮੇਰੇ ਵਾਸਤੇ ਡਾਈ ਹੈ। ਤੇ ਉਹ ਆਖਣ ਲੱਗਾ, ਉਹਨੂੰ ਨਮਸਕਾਰ ਹੋਈ ਤੇ ਆਖਣ ਲੱਗਾ ਜੀ ਮੈਂ ਲੇਟ ਹੋ ਗਿਆ, ਤੇ ਮੈਨੂੰ ਲੱਗਦਾ ਤੁਸੀਂ ਮੇਰਾ ਇੰਤਜ਼ਾਰ ਕਰਦੇ ਪਏ ਹੋ, ਕਿਉਂਕਿ ਤੁਸੀਂ ਕੁਰਸੀ ਡਾਈ ਹੋਈ ਹੈ, ਤੇ ਤੁਸੀਂ ਕੁਰਸੀ ਮੇਰੇ ਵਾਸਤੇ ਡਾਈ ਹੋਈ ਹੈ। ਹੁਣ ਆਪਾਂ ਕੁਰਸੀ ਲਾ ਕੇ ਡਾਈ ਹੈ, ਤੇ ਆਪਾਂ ਸਮਝਦੇ ਕਿ ਯਾਰ ਮੇਰਾ ਇੰਤਜ਼ਾਰ ਕਰ ਰਿਹਾ, ਲੱਗ ਕੁਰਸੀ ਡਾਈ ਹੈ ਮੇਰੇ ਬੈਠਣ ਵਾਸਤੇ। ਸੰਤ ਕਹਿ ਰਹੇ ਨੇ ਕਿ ਮੈਨੂੰ ਤੁਸੀਂ ਵੇਟ ਕਰਦੇ ਹੋ ਮੇਰਾ, ਤਾਂ ਮੈਂ ਲੇਟ ਹੋ ਗਿਆ ਤੇ ਕੁਰਸੀ ਤੁਸੀਂ ਮੇਰੇ ਡਾਈ, ਮੈਂ ਇੱਥੋਂ ਅੰਦਾਜ਼ਾ ਲਗਾਇਆ। ਉਹ ਆਖਣ ਲੱਗਾ ਮਹਾਰਾਜ ਜੀ ਮਾਫ ਕਰਨਾ, ਐ ਮੈਂ ਕੁਰਸੀ ਤੁਹਾਡੇ ਲਈ ਨਹੀਂ ਡਾਈ ਹੈ। ਕਹਿੰਦਾ ਜੇ ਮੇਰੇ ਲਈ ਡਾਈ ਤਾਂ ਕੱਲ ਦੀ ਡਾਈ ਹੈ। ਫਿਰ ਸੰਤਾਂ ਨਾਲ ਕੇ ਬਹਿ ਕੇ ਉਹਨਾਂ ਨੇ ਸਾਰੀ ਗੱਲ ਦੱਸੀ। ਕਹਿੰਦਾ ਇੱਥੇ ਮੇਰਾ ਮਹਾਰਾਜ ਜੀ ਬੈਠਾ ਆ, ਇੱਥੇ ਮੈਂ ਹੋਰ ਨਹੀਂ ਕਿਹਨੂੰ, ਇੱਥੇ ਮੇਰਾ ਮਹਾਰਾਜ ਬੈਠਾ ਆ, ਤੁਸੀਂ ਇੱਥੇ ਮੇਰੇ ਕੋਲ ਬਹਿ ਜਾਓ। ਉਹਨੇ ਨੇ ਪੂਰੀ ਗੱਲ ਸੁਣਾਈ ਕਿ ਇਸ ਤਰ੍ਹਾਂ ਮੇਰਾ ਕੋਈ ਸਤਸੰਗੀ ਭਰਾ ਆਇਆ ਸੀ, ਉਹ ਮੈਨੂੰ ਇਸ ਤਰ੍ਹਾਂ ਦੱਸ ਗਿਆ ਸੀ, ਤੇ ਅੱਜ ਮੈਂ ਆਪਣੇ ਵਿਸ਼ਵਾਸ ਪਿਆਰ ਵਿੱਚ ਪੂਰਾ ਪੱਕ ਹੋ ਗਿਆ ਕਿ ਮੇਰੇ ਮਹਾਰਾਜ ਨੂੰ ਹੁਣ ਵੀ ਲੱਭਣ ਡੇ, ਤੁਸੀਂ ਆਇਓ ਤੁਹਾਨੂੰ ਸ਼ਾਇਦ ਮੈਨੂੰ ਲੱਭਣ ਡੇ ਆ। ਅੱਜ ਉਹ ਸੰਤਾਂ ਦੇ ਅੱਖਾਂ ਵਿੱਚ ਅਥਰੂ ਆ ਰਹੇ ਨੇ। ਦੇਖੋ ਕਿੰਨਾ ਇਹ ਹੈ ਗੁਰੂ ਦੇ ਨਾਮ ਦੀ ਮੌਜ। ਜਿਹੜੇ ਅੱਜ ਨਾਮ ਨੂੰ ਭੁੱਲ ਜਾਂਦੇ ਨੇ ਜਾਂ ਹੋਰ ਆਇਆ ਕਿਸ ਤਰ੍ਹਾਂ ਆ, ਇਹ ਆਖਰ ਨੂੰ ਪਛਾਣਾ ਪੈਂਦਾ ਆ। ਹੁਣ ਤੇ ਚਲਦੀਆਂ ਫਿਰਦੀਆਂ ਸਭ ਕੁਝ ਚੱਲਦਾ ਪਿਆ ਆ, ਲੇਕਿਨ ਗੁਰੂ ਤੋਂ ਆਦਾ ਯਾਦ ਜਦੋਂ ਮੁਸੀਬਤ ਚ ਘਿਰਿਆ ਹੋਵੇ ਤੇ ਮੁਸੀਬਤ ਆਣੀ ਕਿਉਂ ਦੇਣੀ ਆ। ਤੁਸੀਂ ਪਹਿਲਾਂ ਹੀ ਆਪਣਾ ਮਾਰਗ ਨਾਲ ਭਜਨ ਦੇ ਜਰੀਏ, ਸ਼ਬਦ ਦੇ ਜਰੀਏ, ਆਪਣੇ ਵਿਸ਼ਵਾਸ ਪਿਆਰ ਦੇ ਜਰੀਏ ਆਪਣੀ ਗੱਲ ਸਤਿਗੁਰੂ ਨਾਲ ਬਣਾ ਕੇ ਰੱਖੋ। ਤੁਸੀਂ ਕਿਸੇ ਨਾਲ ਕਿਉਂ ਵਿਗਾੜਦੇ ਹੋ? ਹਰ ਇੱਕ ਦੇ ਪਰਮਾਤਮਾ ਹੈ ਨਾ, ਅਸੀਂ ਉਹਨੂੰ ਨਹੀਂ ਮੰਨਣਾ, ਉਹਨੂੰ ਮੰਨਣਾ, ਉਹਨੂੰ ਨਹੀਂ ਮੰਨਣਾ, ਕਿਸੇ ਦੇ ਰਿਸ਼ਤਾ ਦੇ ਕਹਿਣ ਤੇ ਅਸੀਂ ਆਪਣੇ ਗੁਰੂ ਨਾਲ ਨਾਤਾ ਤੋੜ ਛੱਡਨੇ ਹੈ, ਉਹ ਕੀ ਫਾਇਦਾ ਹੋਇਆ ਹੈ ਨਾ। ਇਹ ਤਾਂ ਆਪੇ ਭੁਗਤਣਾ ਹੈ। ਕਿਸੇ ਨੇ ਥੋੜਾ ਜਿਹੜਾ ਕਿਸੇ ਦੇ ਕਹਿੰਦੇ ਅਸੀਂ ਸਤਸੰਗ ਜਾਣਾ ਬੰਦ ਕਰ ਦਿੱਤਾ, ਸ਼ਬਦ ਨੇ ਵੰਡਣਾ ਬੰਦ ਕਰ ਦਿੱਤੀ, ਉਹਦਾ ਕੀ ਆ ਭਾਈ? ਨਾਮ ਤੇ ਤੂੰ ਜਪਣਾ, ਕੰਮ ਤੇ ਤੇਰੇ ਆਣਾ, ਉਹਦਾ ਕੀ ਜਾਣਾ ਆ? ਯਾਦ ਤੇਰਾ ਕਦੀ ਵਿਤਰਾ ਨਹੀਂ। ਅੱਜ ਉਹ ਸੰਤ ਵਿਦਿਆ ਲੈ ਕੇ ਚਲੇ ਗਏ ਨੇ। ਅਗਲੇ ਦਿਨ ਕੀ ਦੇਖਿਆ, ਉਹ ਗੁਜ਼ਰ ਗਈ। ਉਹ ਲੜਕੀ ਦਾ ਪਿਓ ਜਿਹੜਾ ਗੁਜ਼ਰ ਗਿਆ, ਉਹਨੇ ਕੀ ਰੱਖਦਾ, ਉਹਦਾ ਸਿਰ ਜਿਹੜਾ ਹੈ ਉਹ ਕੁਰਸੀ ਦੇ ਉੱਪਰ ਐ ਪਿਆ ਹੋਇਆ ਆ, ਉਹ ਉੱਥੇ ਦਮ ਦੇ ਗਿਆ। ਉਹ ਕੁੜੀ ਨੂੰ ਪਤਾ ਲੱਗ ਗਿਆ ਵੀ ਕੱਲ ਸੰਤ ਆਏ ਸਨ। ਉਹ ਕੁੜੀ ਦੌੜੀ ਦੌੜੀ ਸੰਤਾਂ ਕੋਲ ਗਈ, ਆਖਣ ਲੱਗੀ ਮਹਾਰਾਜ ਜੀ ਮੈਨੂੰ ਪਤਾ ਲੱਗਾ ਤੁਸੀਂ ਆਏ ਸੀ, ਤੇ ਉਹ ਜਦੋਂ ਤੁਸੀਂ ਦਰਸ਼ਨ ਦਿੰਦੇ ਆ ਤੇ ਉਹ ਵਿਚਾਰੇ ਪੂਰੇ ਹੋ ਗਏ ਨੇ ਸਵਾਰ ਤੇ, ਆਓ ਤੁਸੀਂ ਥੋੜਾ ਜਿਹਾ। ਉਹ ਆ ਕੇ ਦੇਖਿਆ ਜਦੋਂ ਉਹਦਾ ਸਿਰ ਅਜੇ ਕੁਰਸੀ ਦੇ ਉੱਤੇ ਪਿਆ ਹੋਇਆ ਆ, ਤੇ ਸੰਤ ਭੁੱਬਾ ਮਾਰ ਰੋਇਆ। ਸੰਤ ਕਿਉਂ ਭੁੱਬਾ ਮਾਰ? ਕਿਉਂਕਿ ਇਹਨੇ ਸਤਿਗੁਰ ਦੀ ਗੋਦ ਵਿੱਚ ਆਪਣੇ ਸਵਾਸ ਪੂਰੇ ਕੀਤੇ ਨੇ। ਦੇਖੋ ਇਹ ਹੈ ਭਜਨ ਦਾ, ਇਹ ਹੈ ਵਿਸ਼ਵਾਸ ਦਾ, ਇਹ ਹੈ ਸਤਿਗੁਰ ਨਾਲ ਪਿਆਰ ਕਰਨ ਦਾ। ਤੇ ਬਾਅਦ ਜਾਣਾ ਤੇ ਤੇਰਾ ਆਣਾ ਜਾਣਾ ਸਫਲਾ ਹੋ ਗਿਆ ਇੱਕ ਸਤਿਗੁਰ ਦੀ ਕਿਰਪਾ ਨਾਲ, ਇੱਕ ਸੰਗਤ ਵਿੱਚ ਬੈਠਣ ਨਾਲ, ਇੱਕ ਸੰਗਤ ਵਿੱਚ ਬੈਠਣ ਚ ਗਿਆਨ ਲੈਣ ਨਾਲ। ਕਿਉਂਕਿ ਸਤਿਗੁਰ ਸੰਗਤ ਦੀ, ਗੁਰੂ ਦੀ ਸੋਝੀ ਤਾਂ ਸਤਸੰਗ ਵਿੱਚ ਹੀ ਹੁੰਦੀ ਹੈ, ਬਾਹਰ ਬੈਠਿਆ ਥੋੜੀ ਹੁੰਦੀ ਹੈ।
ਗੁਰੂ ਦਾ ਗਿਆਨ ਬਾਹਰ ਬੈਠ ਕੇ ਮਿਲਦਾ ਹੈ, ਇੱਥੇ ਇਸ ਕਰਕੇ ਪਿਆਰੇ ਗੁਰਮਖੋ ਆਜ ਨੇ ਕਹਿੰਦਾ ਬੇਟਾ ਇਹ ਜਿਹੜਾ ਤੇਰਾ ਪਿਤਾ ਸਿਰ ਇੱਥੇ ਧਰਿਆ ਹੈ, ਇਹ ਸਤਿਗੁਰ ਦੀ ਗੋਦ ਵਿੱਚ ਆਪਣਾ ਸਿਰ ਧਰਿਆ ਹੈ, ਆਪਣੇ ਸਤਿਗੁਰ ਦੀ ਹੁਕਮ ਵਿੱਚ ਗਿਆ ਆ, ਆਪਣੀ ਸਤਿਗੁਰ ਦੀ ਰਜ਼ਾ ਵਿੱਚ ਗਿਆ ਆ। ਇਸ ਕਰਕੇ ਇਹ ਸੱਚਖੰਡ ਤੇ ਸਵਾ ਹੋ ਕਿਤੇ ਨਹੀਂ ਕਰ ਆਣਾ ਜਾਣਾ ਸਫਲ ਹੋ ਗਿਆ। ਪਿਆਰੇ ਗੁਰਮਖੋ क्या ਅਸੀਂ नहीं करना चाहते अपना? किते भी जाओ प्यारे गुरमुखो, कदे सत्संग चो मुख मोड़ के मत बैठो, ਇੱਥੇ ਆ ਕੇ ਬੈਠੋ, ਭਾਵੇਂ ਜਗ੍ਹਾ ਮਿਲੇ ਨਾ ਮਿਲੇ ਪਰ ਜ਼ਰੂਰ ਜਗ੍ਹਾ ਮਿਲ ਜਾਂਦੀ ਹੈ, ਬਿਲਕੁਲ ਮਿਲ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਗ ਚੰਗੇੜੇ ਮਾਨਸਾ ਮਿਲੇ ਕਈ ਸਤਸੰਗ। ਇਹ ਸਾਰੀ ਸਤਸੰਗ ਦੀ ਕਰਾਮਤ ਹੈ। ਤੁਹਾਡਾ ਜੀਵਨ ਸਤਸੰਗ ਤੋਂ ਸ਼ੁਰੂ ਹੋਣਾ ਹੈ। ਬੱਚੇ ਨੂੰ ਗੋਦ ਮਿਲਦੀ ਹੈ ਆਪਣੀ ਮਾਂ ਦੀ, ਗੁਰਮੁਖ ਨੂੰ ਗੋਦ ਮਿਲਦੀ ਆ ਸਤਸੰਗ ਦੀ ਮਾਂ। ਇਸ ਗੋਦ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ। ਸੰਗਤ ਸਾਧੂ ਸਤ ਸੰਗ ਮਾਨਸ ਜਨਮ ਸੁਹਾਰ, ਉੜਕ ਕਮ ਨਹੀਂ ਆਵਨਾ ਸਾਕ ਅੰਗ ਪਰਿਵਾਰ। ਐ ਪਿਆਰੇ ਗੁਰਮੁਖ ਜਿਸ ਸਾਕਨ ਭੈਣ ਭਰਾ ਧੀਆਂ ਪੁੱਤਰਾਂ ਨਾਲ ਤੇਰਾ ਪਿਆਰ ਵਿਆਹ ਹੋਇਆ ਹੈ, ਇਹ ਨੋ ਕੰਮ ਆਣੇ ਤੇਰੇ, ਇਹ ਤੇ ਲੈਣਾ ਦੇਣਾ ਆ ਤੇਰਾ, ਇਹਦੇ ਕਰਮਾਂ ਦਾ ਲੈਣਾ ਦੇਣਾ ਆ। ਧੀਆਂ ਪੁੱਤ ਨਾਰਪਤੀ ਕਿਸੇ ਦਾ ਨਾ ਕੋਈ, ਕਰਮਾਂ ਦਾ ਲੈਣਾ ਦੇਣਾ ਭੋਗੇ ਹਰ ਕੋਈ। ਇੱਕ ਵਾਰੀ ਦੋ ਤਿੰਨ ਭਰਾ ਸੀ ਤੇ ਉਹ ਲੜਨ ਆਪਸ ਵਿੱਚ, ਆਪਣੇ ਮਾਂ ਪਿਓ ਨੂੰ ਕਹਿਣ ਉਹ ਜੀ ਮੈਨੂੰ ਮਾਂ ਪਿਓ ਨੇ ਘੱਟ ਦਿੱਤਾ, ਉਹ ਇੱਕ ਆ ਕੇ ਇੱਕ ਨੂੰ ਵੱਧ ਦੇ ਦਿੱਤਾ, ਇੱਕ ਆ ਕੇ ਇੱਕ ਨੂੰ ਵੱਧ ਦੇ ਦਿੱਤਾ, ਘੱਟ ਦਿੱਤਾ। ਉਹ ਇਸ ਤਰ੍ਹਾਂ ਨਾਲ ਜਿਹਨੂੰ ਘੱਟ ਮਿਲਿਆ ਸੀ ਨਾ, ਉਹ ਗੁਰਮੁਖ ਬੰਦਾ ਸੀ, ਸਮਝ ਤੇ ਉਹਨੂੰ ਵੀ ਨਹੀਂ ਆਉਂਦੀ ਸੀ, ਪਰ ਉਹਨੂੰ ਜਦੋਂ ਕਿਸੇ ਨੇ ਸਮਝਾਇਆ ਤੇ ਉਹ ਕਹਿੰਦਾ ਭਾਈ ਠੀਕ ਹੈ ਠੀਕ ਹੈ। ਕਹਿੰਦਾ ਭਾਈ ਇੱਥੇ ਜਿੰਨੇ ਵੀ ਰਿਸ਼ਤੇਦਾਰ ਧੀਆਂ ਪੁੱਤਰ ਭੈਣਾਂ ਭਰਾਵਾਂ ਦੇ ਬਣੇ ਹੋਏ ਨੇ, ਕਰਮਾਂ ਦੇ ਲੈਣ ਦੇ, ਜੇ ਕਿਸੇ ਨੂੰ ਕੁਝ ਲੈਣਾ ਤੇ ਕਿਸੇ ਨੂੰ ਕੁਝ ਦੇਣਾ ਹੈ। ਆ ਜਿਹੜਾ ਇੱਥੇ ਲੜਾਈ ਪਈ ਹੈ ਵੀ ਉਹਨੂੰ ਵੱਧ ਦਿੱਤਾ ਤੇ ਮੈਨੂੰ ਘੱਟ ਦਿੱਤਾ, ਤੇ ਉਹਨੂੰ ਘੱਟ ਦਿੱਤਾ ਤੇ ਮੈਨੂੰ ਵੱਧ ਦਿੱਤਾ, ਉਹ ਛੋਟਾ ਜਿਹੜਾ ਸੀ ਜਿਹਨੂੰ ਘੱਟ ਮਿਲਿਆ ਸੀ, ਉਹ ਕਹਿੰਦਾ ਗੱਲ ਸੁਣ ਭਰਾਵਾ, ਉਹ ਤੇਰੇ ਮਾਂ ਨੇ ਜਾਂ ਤੇਰੇ ਪਿਓ ਨੇ ਉਹਦਾ ਕਰਜ਼ਾ ਦੇਣਾ ਹੀ, ਤੇਰਾ ਘੱਟ ਦੇਣਾ ਸੀ, ਉਹਦਾ ਵੱਧ ਦੇਣਾ ਹੀ। ਤੇ ਜਿਸ ਤਰ੍ਹਾਂ ਤੂੰ ਇਸ ਤਰ੍ਹਾਂ ਹੋਇਆ ਕਿ ਉਹਦਾ ਤੇਰੇ ਕੋਲ ਪੈਸੇ ਲੈ ਕੇ ਮਾਂ ਨੇ ਉਹਦਾ ਕਰਜ਼ਾ ਲਾਇਆ, ਤੂੰ ਮਾਂ ਦੀ ਜੇ ਤੈਨੂੰ ਘੱਟ ਮਿਲਿਆ ਤੇ ਤੂੰ ਮਾਂ ਪਿਓ ਦਾ ਸਹਿਯੋਗ ਕੀਤਾ ਉਹਦਾ ਕਰਜ਼ਾ ਲਾਉਣ ਵਾਸਤੇ। ਜੀਆਂ ਮਾਂ ਪਿਓ ਸਿਰ ਕਰਜ਼ਾ ਹੋਵੇ ਤੇ ਪੁੱਤਰ ਕਹਿੰਦਾ ਲੈ ਮਾਂ ਪਿਓ ਅੱਲਾ ਫਰ ਤੂੰ ਲਾ ਦੇ ਉਹਦਾ ਕਰਜ਼ਾ। ਇਹ ਤੂੰ ਚੰਗਾ ਆ, ਤੈਨੂੰ ਘਾਟਾ ਨਹੀਂ ਪਾਇਆ, ਤੈਨੂੰ ਆਸ਼ੀਰਵਾਦ ਮਾਂ ਪਿਓ ਦਾ ਮਿਲਿਆ ਹੈ, ਤੂੰ ਮਾਂ ਪਿਓ ਦਾ ਕਰਜ਼ਾ ਲਾਉਣ ਵਿੱਚ ਸਹਿਯੋਗ ਕੀਤਾ ਆ। ਤੇ ਕਰਜ਼ਾ ਯਾਰ ਲੈਣਾ ਦੇਣਾ ਬਣਦਾ, ਹੋਰ ਕਿਹਦਾ ਬਣਦਾ। ਇਹ ਸਮਝਣ ਵਾਲੀ ਗੱਲ ਹੈ। ਜਿਹਨੂੰ ਘੱਟ ਮਿਲਦਾ ਉਹਨੂੰ ਘਾਟਾ ਨਹੀਂ ਪੈਂਦਾ, ਤੋਲਿਆ ਘੱਟ ਘਾਟਾ ਪੈਂਦਾ ਜੇ ਆਪ ਨੂੰ ਦੋਸ਼ ਕੀ ਦੇਣਾ ਮੁੜ ਕੇ ਮਾਈ ਤੇ ਬਾਪ ਨੂੰ। ਅੱਜ ਫੜ ਕੇ ਤਰਾਜੂ ਪੂਰਾ ਤੋਲ ਬਣਾਣਾ ਬੀਬਾ ਆਪਣੇ ਭਾਗ ਅਨਮੋਲ। ਅਸੀਂ ਆਪਣੇ ਭਾਗਾਂ ਨੂੰ ਇਹ ਕਰ ਜਾਂਦੇ ਆ ਕਿ ਤੂੰ ਮੈਂ ਬਚ ਕਰਨੇ। ਇਹ ਗੁਰਮਤਿ ਹੀ ਜਦੋਂ ਤੁਹਾਡਾ ਪਹਿਲਾ ਸੋਚੇਗੀ ਗੁਰਮਤਿ ਸੋਚੇਗੀ, ਕੋਈ ਗੁਰੂ ਵਾਲਾ ਹੀ ਤੁਹਾਨੂੰ ਸਮਝਾਏਗਾ, ਹਰ ਕੋਈ ਨਹੀਂ ਸਮਝਾਉਂਦਾ। ਬਹੁਤਾ ਤੇ ਇਹੋ ਲੜਾਈ ਪਏਗਾ, ਤੈਨੂੰ ਵਾਦਾ ਦੇਦਾ ਤੈਨੂੰ ਲੈ ਕੇ ਕਦੋਂ ਲੜਾਈਆਂ ਪਾਏਗਾ। ਸਮਝਦਾਰੀ ਤੋਂ ਕੰਮ ਲੈਣਾ ਹੈ, ਕੋਈ ਕਿਸੇ ਨੂੰ ਘਾਟਾ ਨਹੀਂ ਪਾਉਂਦਾ, ਮਾਲਕ ਸਭ ਦੇ ਬਰਾਬਰ ਹੈ। ਇਸ ਕਰਕੇ ਪਿਆਰੇ ਗੁਰਮਖੋ ਆਓ ਇਸ ਸਤਸੰਗ ਦੇ ਵਿੱਚ ਮਾਲਕ ਦੀ ਰਚਨਾ ਜੋ ਰਚੀ ਹੋਈ ਹੈ ਸਤਿਗੁਰ ਦੀ, ਉਸ ਰਚਨਾ ਨੂੰ ਸਮਝੀਏ। ਕੌਣ ਆਪਣਾ ਕੌਣ ਬਣਾ, ਸਾਡਾ ਤੇ ਫਰਜ਼ ਹੈ ਸੇਵਾ ਕਰਨ ਵਾਸਤੇ ਆਏ ਹਾਂ, ਸੇਵਾ ਕਰਕੇ ਤੁਰ ਜਾਣਾ ਹੈ। ਗੁਰਮੁਖ ਦਾ ਆਪਣਾ ਜੀਵਨ ਇੱਕ ਐਸਾ ਜੀਵਨ ਹੁੰਦਾ ਹੈ ਜਿਸ ਵਿੱਚ ਉਹ ਆਪਣੇ ਆਪ ਦੀ ਸੋਚਦਾ ਹੈ ਤੇ ਆਪਣੇ ਦੂਸਰਿਆਂ ਦੀ ਵੀ ਨਾਲ ਸੋਚਦਾ ਕਿ ਮੇਰਾ ਫਰਜ਼ ਕੀ ਬਣਦਾ, ਮੇਰਾ ਮਾਂ ਪ੍ਰਤੀ ਕੀ ਫਰਜ਼ ਹੈ, ਮੇਰਾ ਪਿਓ ਪ੍ਰਤੀ, ਮੇਰੇ ਭੈਣ ਪ੍ਰਤੀ ਕੀ ਫਰਜ਼ ਹੈ। ਜਦੋਂ ਇਹ ਫਰਜ਼ ਅਸੀਂ ਪਛਾਣ ਕੇ ਆਪਣਾ ਜੀਵਨ ਲੈ ਕੇ ਚੱਲਦੇ ਹਾਂ ਤਾਂ ਹਰ ਕੋਈ ਆਪਣੇ ਫਰਜ਼ ਨੂੰ ਪਛਾਣਦਾ ਹੋਇਆ ਚੱਲਦਾ ਹੈ ਔਰ ਪ੍ਰੀਤ ਆਪਣੀ ਸਤਿਗੁਰ ਦੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ। ਪਿਆਰੇ ਬਰਕੋ ਉਹਦਾ ਜੀਵਨ ਜਿਹੜਾ ਸਫਲ ਹੁੰਦਾ ਹੈ ਔਰ ਉਹੀ ਕਾਮਯਾਬ ਹੋ ਕੇ ਦੁਨੀਆ ਤੋਂ ਜਾਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੇਰਾ ਇੱਕੋ ਹੀ ਧਰਮ, ਤੇਰਾ ਇੱਕੋ ਹੀ ਫਰਜ਼ ਬਣਦਾ ਕਿ ਤੂੰ ਸੰਗਤ ਨਾਲ ਜੁੜ ਕੇ ਰਹਿ, ਤੂੰ ਗੁਰੂ ਨਾਲ ਜੁੜ ਕੇ ਰਹਿ, ਤੂੰ ਨਾਮ ਨਾਲ ਜੁੜ ਕੇ ਰਹਿ, ਤੂੰ ਸਭ ਨਾਲ ਜੁੜ ਕੇ ਰਹਿ। ਇਹਨਾਂ ਦੀ ਕਮਾਈਆਂ ਨਾਲ ਜੁੜਨਾ ਤੇਰਾ ਬਹੁਤ ਜ਼ਰੂਰੀ ਹੈ। ਗੁਰੂ ਨਹੀਂ ਮੰਨ, ਗੁਰੂ ਮੈਂ ਕਹਿੰਦਾ ਗੁਰੂ ਨੂੰ ਮੰਨਦਾ ਆ, ਕਹਿੰਦਾ ਮੈਂ ਸ਼ਬਦ ਦੀ ਮੰਨਦਾ, ਗੁਰੂ ਦੀ ਮੰਨਦਾ। ਉਹ ਗੁਰੂ ਦੀ ਮੰਨਣੀ ਨਹੀਂ, ਗੁਰੂ ਕੀ ਮੰਨ ਕੇ ਚੱਲਣਾ। ਗੁਰੂ ਨੇ ਨਹੀਂ ਮੰਨਣਾ, ਗੁਰੂ ਦੀ ਮੰਨਣੀ ਹੈ। ਗੁਰੂ ਨੂੰ ਮੰਨ ਕੇ ਕੀ ਕਰੇਗਾ ਜੇ ਗੁਰੂ ਦੀ ਨਹੀਂ ਮੰਨੀ ਤੇ? ਸ਼ਬਦ ਲੈ ਕੇ ਕੀ ਕਰਾਂ ਜੇ ਸ਼ਬਦ ਜਪੇ ਹੀ ਨਹੀਂ? ਇਹ ਨਹੀਂ।
ਗੁਰੂ ਨਹੀਂ, ਗੁਰੂ ਦੀ ਮੰਨਣੀ, ਤਾਂ ਤੇਰਾ ਸ਼ਬਦ ਦਾ ਜਿਹੜਾ ਉਹ ਤਾਂ ਵਿਖਿਆ ਅੰਦਰ ਤੇਰੇ ਉਹ ਹਲੇ ਬੋਲੇਗਾ, ਫਿਰ ਉਹਦੀ ਮਹਿਕ ਦਾ ਪਤਾ ਲੱਗੇਗਾ। ਇਤਨਾ ਤੈਨੂੰ ਨਹੀਂ ਲੱਗਣਾ ਪਤਾ। ਇਸ ਕਰਕੇ ਮਹਾਰਾਜ ਅੱਗੇ ਫਰਮਾਉਂਦੇ ਹਨ, ਖੋਜ ਕਰੋ ਮਿਲ ਗੁਰਮੁਖਾ, ਆਪਣਾ ਆਪ ਪਹਿਚਾਨ। ਹੀਰਾ ਜਨਮ ਲਪੇਟਿਆ, ਕਰ ਲਾਂਗੇ ਤਾਂ ਜਾਨ। ਅਸੀਂ ਆਪਣੇ ਜੀਵਨ ਵਿੱਚ ਥੋੜਾ ਬਹੁਤਾ ਪਾ ਕੇ ਅਸੀਂ ਕੀ ਕਹਿੰਦੇ ਆ ਕਿ ਮੈਨੂੰ ਕੀ ਦਿੱਤਾ, ਮੈਨੂੰ ਕੀ ਮਿਲਿਆ। ਲੇਕਿਨ ਮਹਾਰਾਜ ਜੀ ਕਹਿੰਦੇ ਖੋਜ ਤਾਂ ਸਹੀ, ਤੇਰੇ ਕੋਲ ਹੈ ਕੀ ਹੈ। ਅਗਰ ਤੂੰ ਆਪਣੇ ਆਪ ਨੂੰ ਸੰਗਤ ਵਿੱਚ ਬਿਠਾ ਕੇ ਸੋਚੇਗਾ ਕਿ ਮੈਨੂੰ ਕੀ ਦਿੱਤਾ ਹੈ, ਇਹ ਸੰਗਤ ਗੁਰਮੁਖਾਂ ਦੀ ਜਦੋਂ ਆਈ ਹੈ, ਜਦੋਂ ਇਹਨਾਂ ਨਾਲ ਮਿਲ ਕੇ ਆਪਣੇ ਆਪ ਨੂੰ ਖੋਜੇਗਾ ਤਾਂ ਫਿਰ ਤੈਨੂੰ ਪਤਾ ਲੱਗੇਗਾ ਮੇਰੇ ਵਿੱਚ ਪਰਮਾਤਮਾ ਸੀ। ਮੈਂ ਪਰਮਾਤਮਾ ਨੂੰ ਨਾਮ ਦੇ ਜ਼ਰੀਏ ਆਪਣੇ ਅੰਦਰ ਲੱਭਿਆ, ਨਾਮ ਦਾ ਖੋਜਿਆ, ਮੈਂ ਅੰਦਰ ਦਰਸ਼ਨ ਦੀਦਾਰ ਕੀਤੇ, ਫਿਰ ਆਪਣੇ ਆਪ ਨੂੰ ਮੈਂ ਕੌਣ ਨਹੀਂ, ਕਿਤੋਂ ਆਇਆ, ਮੇਰੇ ਕਿੰਨੇ ਉੱਚੇ ਭਾਗ ਹਨ। ਇਹ ਕੇਵਲ ਗੁਰਮੁਖਾਂ ਦੀ ਪਹਿਚਾਣ ਨਾਲ ਹੋਇਆ। ਤੇ ਗੁਰਮੁਖ ਕਿੱਥੇ ਮਿਲਦੇ ਨੇ? ਸੰਗਤ ਵਿੱਚ ਮਿਲਦੇ ਨੇ। ਤੇ ਸੰਗਤ ਕਿੱਥੇ ਮਿਲਦੀ ਹੈ? ਕਿਸੇ ਪਿਆਰੇ ਵਿਸ਼ਵਾਸੀ ਦੇ ਘਰ ਮਿਲਦੀ ਹੈ, ਜੋ ਸੰਗਤ ਨਾਲ ਪਿਆਰ ਕਰਦਾ, ਜੋ ਸੰਗਤ ਨੂੰ ਯਾਦ ਕਰਦਾ। ਇਹ ਕੰਮ ਤਾਂ ਇਸ ਤਰ੍ਹਾਂ ਵੀ ਹੋ ਸਕਦਾ ਹੈ ਚਾਹ ਪਕੌੜੇ ਖਾ ਕੇ, ਰੋਟੀ ਪਾਣੀ ਖਾ ਕੇ ਲਾਂਭੇ ਹੋ ਜਾਓ, ਲੇਕਿਨ ਇਹ ਤੇ ਸੰਗਤ ਮਿਲੀ ਹੈ। ਕੋਈ ਹੈ ਪਿਆਸਾ ਐਸਾ ਜਿਸ ਨੂੰ ਸੰਗਤ ਦੀ ਚਾਹਤ ਸੀ ਔਰ ਉਸਨੇ ਆਪਣੇ ਘਰ ਸੰਗਤ ਬੁਲਾ ਕਰਕੇ, ਭਾਵੇਂ ਰਿਸ਼ਤੇਦਾਰ ਹਨ ਪਰ ਇਹਨੂੰ ਇੱਕ ਰੂਪ ਸਾਸਕ ਦਾ ਸੰਗਤ ਨੇ ਦਿੱਤਾ ਹੈ। ਇਹਦੇ ਵਿੱਚ ਸਾਰੇ ਹੀ ਪਰਮਾਤਮਾ ਰੂਪ ਹੋ ਕਰਕੇ ਆਪਣਾ ਇੱਕ ਦੂਜੇ को आशीर्वाद लवांगे, जो भी बैठेगा आशीर्वाद मिलेगा, है ना। इस करके ये आशीर्वाद पाना बहुत जरूरी है। और जिसने इस आशीर्वाद नाल मालिक की कृपा हो गई, ਉਹਦਾ जीवन ਜਿਹੜਾ है गुरमुखा भरा बन जाएगा। जे पिछली गलतियां होईयां ਉਹਨਾਂ ਦੇ ਪਾਣੀ ਮਿਲ ਜਾਏਗਾ, ਲੇਕਿਨ ਅਗਲਾ ਜੀਵਨ ਜਿਹੜਾ ਹੈ ਉਹ ਗੁਰਮੁਖ ਨਾਲ ਜੀਏ, ਵਿਸ਼ਵਾਸ ਮੰਨ ਕੇ, ਤਾਂ ਉਹਦਾ ਸਾਰਾ ਹੀ ਪਿਛਲਾ ਜਿਹੜਾ ਧੋਣਾ ਧੋ ਸਕਦਾ ਹੈ। ਤਾਂ ਜੋ ਗੁਰਮੁਖਾਂ ਦੀ ਸੇਵਾ ਕਰਕੇ, ਗੁਰਮੁਖਾਂ ਦੀ ਸੋਭਤ ਕਰਕੇ ਹੀ ਸਾਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਹਾਂਜੀ, ਸੁਤਿਆ ਸੰਤ ਜਗਾਉਂਦੇ, ਉੱਚੀ ਹੋਕਾ ਮਾਰ। ਮਨ ਮੁਖ ਸਮਝ ਨਾ ਸਕਿਆ, ਭੁੱਲਾ ਰਹੇ ਗਵਾਰ। ਸੰਤ ਜਦੋਂ ਕਿਸੇ ਦੇ ਵਿਹੜੇ ਆਉਂਦੇ ਆ, ਸੰਗਤ ਜਦੋਂ ਕਿਸੇ ਵਿਹੜੇ ਆਉਂਦੇ ਆ, ਹੋਕਾ ਮਾਰਦੀ ਆ, ਗੁਰਮੁਖਾਂ ਨੂੰ ਜਗਾਉਂਦੀ ਆ। ਜਿਹੜੇ ਗੁਰਮੁਖ ਜਾਗ ਜਾਂਦੇ ਨੇ ਉਹ ਸੰਗਤ ਵਿੱਚ ਆ ਕਰਕੇ ਆਪਣੇ ਆਪ ਨੂੰ ਬਿਠਾ ਲੈਂਦੇ ਨੇ ਔਰ ਆਪਣੇ ਦਿਲ ਦੀ ਨਵਾਰੀ ਖੋਲ ਲੈਂਦੇ ਨੇ, ਜਿਹਦੇ ਵਿੱਚ ਸਤਿਗੁਰ ਦੇ ਬਚਨ ਆਈ ਜਾਂਦੇ ਨੇ, ਆਈ ਜਾਂਦੇ। ਜਿਸ ਤਰ੍ਹਾਂ ਹੀ ਕੱਪੜੇ ਧੋਣੇ ਆ, ਕੱਪੜੇ ਧੋ ਕੇ ਪ੍ਰੈਸ ਕਰਕੇ ਕਿੱਥੇ ਰੱਖਦੇ ਆ? ਅਲਮਾਰੀ ਵਿੱਚ। ਇਸੇ ਤਰ੍ਹਾਂ ਸਤਿਗੁਰ ਦੇ ਪਿਆਰੇ ਜਿਹੜੇ ਆ ਬਚਨਾਂ ਨੂੰ ਬੜੇ ਪਿਆਰ ਦੇ ਨਾਲ ਸਾਫ਼ ਸੁਥਰਾ ਕਰਕੇ ਦੱਸਿਆ, ਆਪੇ ਦਿਲ ਵਿੱਚ ਵਜਾਈ ਜਾਂਦੇ। ਜਦੋਂ ਲੋੜ ਪੈਗੀ ਉਹ ਵਰਤ ਲੈਂਦੇ। ਇਸ ਕਰਕੇ ਪਿਆਰੇ ਗੁਰਮੁਖੋ, तो ਜਿਹੜੇ ਦੂਸਰੇ ਨਹੀਂ ਇਸ ਨੂੰ ਪਸੰਦ ਕਰਦੇ, ਕਿਉਂਕਿ ਉਹਨਾਂ ਦੇ ਭਾਗਾਂ ਵਿੱਚ ਅਜੇ ਨਹੀਂ। ਕਿਸੇ ਦੇ ਕੀ ਸ਼ਿਕਵਾ ਕਰਨਾ, ਕਿਸੇ ਦੇ ਕੀ ਗਿਲਾ ਕਰਨਾ, ਉਹਦਾ ਕਸੂਰ ਨਹੀਂ, ਉਹਦੇ ਭਾਗ ਨਹੀਂ ਅਜੇ। ਜਦੋਂ ਉਹਦੇ ਭਾਗ ਬਣੇ ਉਹ ਵੀ ਆ ਜਾਂਦੇ। ਇਸ ਕਰਕੇ ਮਹਾਰਾਜ ਕਹਿੰਦੇ ਅੱਗੇ ਬੜਾ ਸਮੇਂ ਸਮੇਂ ਹਰ ਯੁਗ ਵਿੱਚ ਸੰਤ ਰੂਪ ਕਰਤਾਰ। ਨਾਮ ਅਖੰਡ ਵਰਤਾਇਓ, ਸ਼ਰਨ ਪਿਓ ਕਰ ਪਾਰ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜੋ ਸੰਤ ਸਾਡੇ ਹੁੰਦੇ ਨੇ ਉਹ ਕਰਤਾਰ ਦਾ ਰੂਪ ਹੁੰਦੇ ਨੇ, ਸਮੇਂ ਸਮੇਂ ਸਾਡੇ ਵਿੱਚ ਆਉਂਦੇ ਨੇ ਔਰ ਨਾਮ ਅਖੰਡ ਨੂੰ ਵਰਤਾਉਂਦੇ ਨੇ, ਜਿਸ ਨੂੰ ਪਾ ਕਰਕੇ ਅਸੀਂ ਵੀ ਸੰਤਾਂ ਦੀ ਘਰ ਵਿੱਚ ਆ ਕਰਕੇ ਆਪਣੇ ਆਪ ਦੀ ਸੋਝੀ ਕਰ ਲੈਂਦੇ ਆ। ਉਹ ਜੋ ਸਾਨੂੰ ਰਸਤਾ ਦੱਸਦੇ ਨੇ, ਉਹ ਰਸਤੇ ਤੇ ਚੱਲ ਕੇ ਸਾਨੂੰ ਆਪਣੇ ਘਰ ਜੋ ਨਿਜ ਘਰ ਹੈ ਉਹ ਸਾਨੂੰ ਮਿਲ ਜਾਂਦਾ ਹੈ, ਜਿੱਥੇ ਜਾ ਕੇ ਅਸੀਂ ਹਾਜ਼ਰ ਅਮਰ ਹੋ ਜਾਂਦੇ ਆ, ਜਿੱਥੇ ਸਾਡਾ ਮਰਨਾ ਜੀਵਨਾ ਖਤਮ ਹੋ ਜਾਂਦਾ ਹੈ, ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੇ ਆ, ਦੇਹ ਦੇ ਬੰਧਨ ਸਾਡਾ ਛੁਟਕਾਰਾ ਹੋ ਜਾਂਦਾ ਆ। ਇਸੇ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਅੱਗੇ ਲੈ ਕੇ ਤੋਰਦੇ ਹਨ ਜੀ। ਬਿਨ ਪੂਰੇ ਗੁਰ ਸਿੱਖਿਆ, ਹੋਏ ਨਾ ਆਤਮ ਗਿਆਨ। ਬੀਤ ਕਾਲ ਜਗ ਆਜ ਤੱਕ, ਬਿਨ ਗੁਰ ਨਾ ਪਰਵਾਨ। ਚਾਹੇ ਜੀਵਨ ਸਾਡਾ 100 ਸਾਲ ਦਾ ਹੈ, 50 ਸਾਲ ਦਾ ਹੈ, ਲੇਕਿਨ ਬਿਨਾਂ ਗੁਰੂ ਤੋਂ ਸਾਡਾ ਜੀਵਨ ਕਿਸੇ ਨੂੰ ਪ੍ਰਵਾਨ ਨਹੀਂ ਹੁੰਦਾ। ਸਾਡਾ ਜੀਵਨ ਚਾਹੇ ਅਮੀਰ ਹੀ ਹੋਏ, ਬੜਾ ਹੀ ਕਾਰਡ ਵਾਟ ਹੋ ਲਾਂਗੇ, ਬੜੇ ਆਏ ਹੋ ਜਾਣਗੇ, ਕੋਠੀਆਂ ਦੇ ਮਾਲਕ ਹੋ ਜਾਣਗੇ, ਬੜੇ ਪੈਸੇ ਦੇ ਮਾਲਕ ਹੋ ਜਾਣਗੇ, ਬੜਾ ਕੁਝ ਹੋ ਜਾਏਗਾ, ਲੇਕਿਨ ਅਗਰ ਗੁਰੂ ਦੀ ਤੂੰ ਗੱਲ ਨੂੰ ਨਹੀਂ ਜਾਣਿਆ, ਗੁਰੂ ਦੀ ਗੱਲ ਨੂੰ ਨਹੀਂ ਜਾਣਿਆ, ਗੁਰੂ ਦਾ ਤਾਂ ਸ਼ਬਦ ਦੀ ਪਛਾਣ ਨਹੀਂ ਕੀਤੀ, ਗੁਰੂ ਦੇ ਸ਼ਬਦ ਨੂੰ ਜਾਣਿਆ ਨਹੀਂ, ਗੁਰੂ ਦੀ ਸੰਗਤ ਨੂੰ ਨਹੀਂ ਕੀਤਾ, ਤੇ ਕਹਿੰਦਾ ਤੇਰਾ ਕਿਸੇ ਕੰਮ ਦਾ ਨਹੀਂ ਹੈ। ਕਿਸੇ ਨੇ ਉਹ ਜਿੱਥੇ ਅਸੀਂ ਜਾਣਾ ਆ ਉੱਥੇ ਪ੍ਰਵਾਨਗੀ ਨਹੀਂ ਹੋਣੀ, ਜੋ ਮਰਜ਼ੀ ਕਰਦੇ।
ਇਸ ਕਰਕੇ ਗੁਰੂ ਵਟੀ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਵੀ ਹੋ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮਿਲਦੀ ਨਾ ਮੁਕਤੀ ਵੇ। ਗੁਰੂ ਇੱਕ ਬਹੁਤ ਵੱਡੀ ਤਾਕਤ ਹੈ, ਗੁਰੂ ਸ਼ਬਦ ਹੈ ਜੋ ਸਾਡੇ ਵੀਰ ਸਾਡੇ ਸਾਹਾਂ ਵਿੱਚ ਆ ਜਾ ਰਿਹਾ ਹੈ। ਉਹ ਸਾਹ ਸਾਡੇ ਸਫਲਾ ਉਹੀ ਕਰਦਾ ਹੈ ਜਦੋਂ ਅਸੀਂ ਇਸ ਨੂੰ ਯਾਦ ਕਰਦੇ ਹਾਂ। ਹਾਂਜੀ ਮਾਲਕ ਆਪਣੇ ਆਪ ਨੂੰ ਰੱਖਿਆ ਵਿੱਚ ਇਨਸਾਨ, ਭੇਦ ਬਤਾਉਂਦੇ ਸੰਤ ਜਨ ਕਰ ਸੰਤਨ ਸਿੱਖ ਪਾਨ। ਇਹ ਸੰਤ ਜੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਇਨਸਾਨੀ ਜਮਾ ਮਿਲਿਆ, ਇਹਦੇ ਵਿੱਚ ਭਗਵਾਨ ਹੈ। ਹਰ ਮੰਦਰ ਇਹ ਸਰੀਰ ਹੈ, ਇਹ ਹਰੀ ਦਾ ਮੰਦਰ ਹੈ। ਇਹਦੀ ਪਛਾਣ ਗੁਰਮੁਖਾਂ ਨੂੰ ਮਿਲ ਕੇ ਹੀ ਹੁੰਦੀ ਹੈ। ਹੋਰ ਗੁਰੂ ਮਹਾਰਾਜ